ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮੇਲਾਇਨ, ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕੈ ਪੁੰਨ ਹੈ, ਤਿਨ ਸਤ ਸੰਗਤ ਮੇਲ ਆਏ। ਭਾਈ ਰੇ ਗੁਰਮਤਿ ਸਾਚ ਰਹਾਓ, ਸਾਚੋ ਸਾਚ ਕਮਾਵਣਾ। ਸਾਚੈ ਸ਼ਬਦ ਮਿਲਾਓ ਰਹਾਓ, ਜਿਨੀ ਨਾਮ ਪਛਾਣਿਆ। ਤਿਨ ਵਿਟੋਂ ਬਲ ਜਾਓ, ਆਪ ਛੋੜ ਚਰਨੀ ਲੱਗਾ। ਚੱਲਾਂ ਤਿਨ ਕੈ ਭਾਏ, ਲਾਹਾ ਹਰ ਹਰ ਨਾਮ ਮਿਲੈ। ਸਹਿਜੇ ਨਾਮ ਸਮਾਏ, ਸਹਿਜੇ ਨਾਮ ਸਮਾਏ। ਬਿਨ ਗੁਰ ਮਹਲ ਨਾ ਪਾਈਐ, ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰੂ ਲੋੜ ਲੋ, ਜਿਦੋਂ ਪਾਈਐ ਸੱਚ ਸੋਏ। ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਜਿਹਾ ਸਤਿਗੁਰ ਕਰ ਜਾਣਿਆ, ਜਿਹਾ ਸਤਿਗੁਰ ਕਰ ਜਾਣਿਆ। ਤੇਹੋ ਜਿਹਾ ਸੁਖ ਹੋਏ, ਇਹ ਸੰਸਾ ਮੂਲੇ ਨਾਹੀ। ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ। ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੇ ਸਨਮੁਖ ਰੋਜ਼ਾਨਾ ਹੀ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸ਼ਬਦ ਵਿਚਾਰ ਲੈ ਕੇ ਹਾਜ਼ਰ ਹੁੰਦੇ ਹਾਂ, ਜਿਸ ਵਿੱਚ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਹਦੇ ਵਿੱਚ ਸ਼੍ਰੀ ਰਾਗ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਰਾਗ ਹੈ, ਪਹਿਲਾ ਰਾਗ ਹੈ, ਉਹਦੀ ਵਿਚਾਰ ਚੱਲ ਰਹੀ ਹੈ, ਜਿਹਦੇ ਵਿੱਚ ਹੁਣ ਤੱਕ 43 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ 44 ਨੰਬਰ ਸ਼ਬਦ, 44 ਨੰਬਰ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ। ਇਹ ਸ਼ਬਦ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਰਾਗ ਸ਼੍ਰੀ ਰਾਗ ਹੈ ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ 11 ਨੰਬਰ ਸ਼ਬਦ ਹੈ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਸ਼੍ਰੀ ਰਾਗ ਦੇ ਵਿੱਚ ਜਿਹੜੇ ਪਹਿਲੇ 33 ਸ਼ਬਦ ਸਨ, ਉਹ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਸਰਵਣ ਕੀਤੇ ਸਨ 33 ਨੰਬਰ ਤੱਕ। ਉਹ ਤੋਂ ਬਾਅਦ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੀ ਸ਼ੁਰੂਆਤ ਹੋਈ। ਸ਼੍ਰੀ ਰਾਗ ਦਾ ਇਹ 44 ਨੰਬਰ ਸ਼ਬਦ ਹੈ, 44 ਨੰਬਰ ਸ਼ਬਦ ਹੈ, ਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ 11 ਨੰਬਰ ਸ਼ਬਦ ਹੈ। ਸ਼ਬਦ ਦੇ ਕੁੱਲ 4 ਬੰਦ ਨੇ। ਜਿਵੇਂ ਹਰ ਰੋਜ਼ ਹੀ ਮੈਂ ਆਪ ਨਾਲ ਇਹ ਸਾਂਝ ਪਾਉਣਾ, ਜਿਹੜਾ ਸ਼ਬਦ ਦਾ ਸੈਂਟਰਲ ਆਈਡੀਆ ਹੈ, ਜਿਹੜਾ ਸਬਜੈਕਟ ਹੈ,
ਉਹ ਰਾਹਾਉ ਦੇ ਬੰਦ ਵਿੱਚ ਹੈ। ਤੇ ਇੱਕ ਗੱਲ ਇੱਥੇ ਹੋਰ ਦੱਸਣੀ ਚਾਹੁੰਦਾ, ਸ਼ਬਦ ਦੀ ਵਿਚਾਰ ਹਰ ਕੋਈ ਗੁਰੂ ਦਾ ਸਿੱਖ ਕਰ ਸਕਦਾ ਹੈ, ਹਰ ਕੋਈ ਕਰ ਸਕਦਾ ਹੈ। ਤੇ ਚਾਹੀਦੀ ਹੈ ਕਿ ਹਰ ਇੱਕ ਨੂੰ ਸ਼ਬਦ ਦੀ ਵਿਚਾਰ ਨਾਲ ਜੁੜਨਾ, ਕੇਵਲ ਪੜ੍ਹਨ ਤੱਕ ਹੀ ਨਾ ਸੀਮਤ ਰਹੀਏ, ਵਿਚਾਰੀਏ ਵੀ। ਤੋ ਇਹਨੂੰ ਵਿਚਾਰਨ ਦਾ ਜਿਹੜਾ ਸਿੱਧਾ ਸਾਦਾ ਜਿਹਾ ਫਾਰਮੂਲਾ ਹੈ ਉਹ ਸਾਡਾ ਮੂਲ ਮੰਤਰ ਹੈ, ਬੇਸਿਕ ਫਾਰਮੂਲਾ। ਇੱਕ ਓਂਕਾਰ ਸਾਹਿਬ, ਇੱਕ ਓਂਕਾਰ ਤੋਂ ਲੈ ਕੇ ਗੁਰੂ ਪ੍ਰਸਾਦ ਤੱਕ। ਇਹ ਇੱਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੁਗਤੀ ਦਿੱਤੀ ਹੈ ਕਿ ਕੋਈ ਵੀ ਸ਼ਬਦ, ਇਸੇ ਕਰਕੇ ਤੁਸੀਂ ਧਿਆਨ ਦੇਣਾ, ਜਦੋਂ ਵੀ ਰਾਗ ਦੀ ਸ਼ੁਰੂਆਤ ਹੁੰਦੀ ਹੈ ਤੁਸੀਂ ਦੇਖੋਗੇ ਪੂਰਨ ਰੂਪ ਦੇ ਵਿੱਚ ਗੁਰੂ ਪ੍ਰਸਾਦ ਤੱਕ ਮੂਲ ਮੰਤਰ ਸਤਿਗੁਰੂ ਜੀ ਅੰਕਿਤ ਉਹਦੀ ਹੈਡਿੰਗ ਦੇ ਵਿੱਚ ਕਰਦੇ ਹਨ। ਉਸ ਤੋਂ ਬਾਅਦ ਜਿੱਥੇ ਜਾ ਕੇ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਅੱਗੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਹੋਈ, ਆਪਾਂ ਉੱਥੇ ਨੋਟ ਕੀਤਾ, ਉੱਥੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਗੱਲ ਕੀ ਸਤਿਗੁਰੂ ਜੀ ਨੇ ਬਾਰ-ਬਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੂਲ ਮੰਤਰ ਨੂੰ ਅੱਖਾਂ ਤੋਂ ਓਲੇ ਨਹੀਂ ਕਰਨਾ, ਤਾਂ ਹੀ ਤੈਨੂੰ ਗੁਰਮਤਿ ਸਮਝ ਆਵੇਗੀ, ਗੁਰੂ ਸ਼ਬਦ ਦੀ ਵਿਚਾਰ ਸਮਝ ਆਵੇਗੀ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂਆਤੀ ਤੌਰ ਉੱਤੇ ਹੀ ਮੂਲ ਮੰਤਰ ਸਾਹਿਬ ਅੰਕਿਤ ਕਰ ਦਿੱਤਾ ਗਿਆ ਹੈ, ਤਾਂ ਕਿ ਜਿਤਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਹੈ, ਜਿੰਨੇ ਗੁਰਬਾਣੀ ਦੇ ਸ਼ਬਦ ਨੇ, ਸਾਰਿਆਂ ਦਾ ਜਿਹੜਾ ਮੂਲ ਹੈ ਉਹ ਮੂਲ ਮੰਤਰ ਸਾਹਿਬ ਹੈ। ਤੋ ਜਿੱਦਣ ਸਾਡੇ ਜ਼ਿਹਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਮੂਲ ਮੰਤਰ ਦੇ ਅਰਥ ਸਾਡੇ ਪਕੜ 'ਚ ਆ ਜਾਣਗੇ, ਕੋਈ ਵੀ ਸ਼ਬਦ ਨੂੰ ਅਸੀਂ ਬੜੇ ਆਰਾਮ ਦੇ ਨਾਲ ਸਮਝਣ ਲੱਗ ਪਵਾਂਗੇ। ਫਿਰ ਕੰਟਰੋਵਰਸੀ ਨਹੀਂ ਦਿਮਾਗ 'ਚ ਆਵੇਗੀ, ਕੋਈ ਭੁੱਲ, ਕੋਈ ਭੁਲੇਖਾ ਨਹੀਂ ਬਾਣੀ ਦਾ ਫਿਰ ਰਹਿ ਜਾਵੇਗਾ। ਤੋ ਇਸੇ ਕਰਕੇ ਮੈਂ ਹਰ ਵਕਤ ਇਹ ਕੋਸ਼ਿਸ਼ ਕਰਦਾ ਕਿ ਆਪਾਂ ਰਲ ਮਿਲ ਕੇ ਦੇਖੋ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਬਹੁਤ ਕੁਝ ਆਉਂਦਾ ਹੈ, ਮੈਂ ਬਾਰ-ਬਾਰ ਕਹਿੰਦਾ ਵੀ ਮੇਰਾ ਇੱਥੇ ਮਤਲਬ ਨਾ ਕੋਈ ਇਹ ਦੱਸਣ ਦਾ ਹੈ, ਇਹ ਤੇ ਬਸ ਇੱਕ ਰਲ ਮਿਲ ਕੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਓ ਰਲ ਮਿਲ ਕੇ ਬਈਏ, ਰੋਜ਼ ਦਾ ਇੱਕ ਹੀ ਸ਼ਬਦ ਜੇ ਵਿਚਾਰੀਏ ਤੇ ਕਿੰਨੀ ਸਾਡੇ ਅੰਦਰ ਪ੍ਰਾਪਤੀ ਸੱਚ ਦੀ ਹੋ ਸਕਦੀ, ਅਸੀਂ ਕਿੰਨਾ ਗੁਰਬਾਣੀ ਬਾਰੇ ਜਾਣ ਸਕਦੇ ਹਾਂ, ਸ਼ਬਦ ਬਾਰੇ ਸਮਝ ਸਕਦੇ ਹਾਂ। ਇਹ ਤੋਂ ਅੱਗੇ ਹੋਰ ਵਿਕਾਸ ਹੈ, ਜਿਵੇਂ ਜਿਵੇਂ ਤੁਸੀਂ ਗੁਰੂ ਸ਼ਬਦ ਨਾਲ ਜੁੜਦੇ ਜਾਓਗੇ, ਬਾਰ-ਬਾਰ ਵਿਚਾਰੋਗੇ, ਕਿਉਂਕਿ ਸਤਿਗੁਰੂ ਕੀ ਪਾਵਨ ਬਾਣੀ ਦੇ ਵਿੱਚ ਜਿੱਥੇ ਰੂਹਾਨੀਅਤ ਨਜ਼ਰ ਆਉਂਦੀ ਹੈ ਉੱਥੇ ਅਧਿਆਤਮਿਕਤਾ ਹੈ, ਉੱਥੇ ਆਤਮਿਕਤਾ ਵੀ ਹੈ, ਉੱਥੇ ਸਰੀਰ ਦੀ ਤੰਦਰੁਸਤੀ ਦੀ ਬਾਤ ਵੀ ਹੈ, ਰਾਜਨੀਤਿਕ ਜੀਵਨ ਦੀ ਗੱਲ ਵੀ ਹੈ, ਸਮਾਜਿਕ ਜੀਵਨ ਦੀ ਵੀ ਗੱਲ ਹੈ, ਆਰਥਿਕ ਜੀਵਨ ਦੀ ਵੀ ਗੱਲ ਹੈ। ਗੱਲ ਕਿ ਗੁਰਮਤਿ ਨੇ ਕੋਈ ਵੀ ਐਸਾ ਸਬਜੈਕਟ ਨਹੀਂ ਛੱਡਿਆ ਜਿਹਨੂੰ ਨਾ ਛੂਹਿਆ ਹੋਵੇ ਜਾਂ ਜਿਹਦੇ ਉੱਪਰ ਨਾ ਵਿਚਾਰ ਦਿੱਤੀ ਹੋਵੇ। ਗੱਲ ਕੀ ਜਿਹੜਾ ਇੱਕ ਮਰਿਆਦਾ ਵਿੱਚ ਰਹਿਣ ਵਾਲਾ ਮਨੁੱਖ ਤਿਆਰ ਕਰਨਾ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਵੈਲ ਡਿਸਿਪਲਿਨ, ਇੱਕ ਵੈਲ ਮਰਿਆਦਾ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਦੀ ਸਿਰਜਣਾ ਕੀਤੀ ਹੈ, ਜੋ ਹੂਬਹੂ ਅਕਾਲ ਪੁਰਖ ਦੇ ਸਿਧਾਂਤਾਂ ਤੇ, ਅਕਾਲ ਪੁਰਖ ਦੇ ਹੁਕਮ ਤੇ, ਅਕਾਲ ਪੁਰਖ ਦੀ ਰਜ਼ਾ ਤੇ, ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਦੇ ਕੰਸੈਪਟ ਤੇ ਚੱਲਦਾ, ਜਿਹਦੇ ਜੀਵਨ ਵਿੱਚ ਨਾ ਕਿਸੇ ਪਖੰਡ ਨੂੰ ਗੁੰਜਾਇਸ਼ ਹੈ, ਨਾ ਕੋਈ ਕਰਮਕਾਂਡ, ਨਾ ਕੋਈ ਮਨਮਤ, ਨਾ ਕੋਈ ਭਰਮ, ਨਾ ਕੋਈ ਝੂਠ, ਨਾ ਕੋਈ ਫਰੇਬ। ਇੱਕ ਬਿਲਕੁਲ ਸਪਸ਼ਟ ਜੀਵਨ, ਇੱਕ ਬਿਲਕੁਲ ਚਿੱਟਾ ਜੀਵਨ, ਬਿਲਕੁਲ ਐਨ ਨਿਰਮਲ ਜੀਵਨ, ਜਿਹਦੇ ਵਿੱਚ ਮੈਲ ਨਾਮ ਦੀ ਚੀਜ਼ ਵੀ ਕੋਈ ਨੇੜੇ ਨਾ ਆਵੇ। ਐਸਾ ਪਵਿੱਤਰਤਾ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਦਿੱਤਾ ਹੈ, ਜਿਹਦੇ ਮੈਲੇ ਵਿਚਾਰ ਨਹੀਂ, ਜਿਹਦੇ ਨਿਰਮਲ ਵਿਚਾਰ ਨੇ, ਜਿਹਦੀ ਤੱਕਣੀ ਨਿਰਮਲ ਹੈ, ਜਿਹਦੀ ਬੋਲਣਾ ਨਿਰਮਲ ਹੈ, ਜਿਹਦਾ ਸੁਣਨਾ ਨਿਰਮਲ ਹੈ, ਜਿਹਦਾ ਚੱਲਣਾ ਨਿਰਮਲ ਹੈ। ਗੱਲ ਕਿ ਜਿਹਦੀ ਜ਼ਿੰਦਗੀ ਦੇ ਵਿੱਚ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਵਾਲੀ ਅਵਸਥਾ ਹੈ। ਜਿਹੜਾ ਐਸਾ ਜੀਵਨ ਜੀਵੇਗਾ, ਸਤਿਗੁਰੂ ਜੀ ਕਹਿੰਦੇ ਸੋ ਭਾਈ ਸੋ ਮੇਰਾ ਵੀਰ, ਉਹ ਮੇਰਾ ਭਰਾ ਹੈ, ਉਹ ਮੇਰਾ ਵੀਰ ਹੈ, ਜਿਹਦੇ ਜੀਵਨ ਦੇ ਵਿੱਚ ਸੱਚ ਸਮੋ ਗਿਆ, ਜਿਹਦੇ ਅੰਦਰ ਸੱਚ ਟਿਕਿਆ ਹੈ। ਹੁਣ ਸਿੱਖ ਦੀ ਘਾੜਤ ਘੜਨੀ ਹੈ, ਐਸੀ ਸਿੱਖ ਦੀ ਘਾੜਤ ਘੜਨੀ ਹੈ ਕਿ ਸਿੱਖ ਦੇ ਜੀਵਨ ਦੇ ਵਿੱਚ ਸੱਚ ਟਿਕ ਜਾਵੇ। ਤੋ ਇਹ ਗੁਰੂ ਸ਼ਬਦ ਟਕਸਾਲ ਹੈ ਜਾਵੇ। ਸਤਿਗੁਰੂ ਜੀ ਨੇ ਜਪਜੀ ਸਾਹਿਬ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਕਿਹਾ, ਰੋਜ਼ ਆਪਾਂ ਪੜ੍ਹਦੇ ਹਾਂ, ਜਤ ਪਹਾਰਾਂ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ।
ਜੋ ਸ਼ਬਦ ਦੀ ਸੱਚੀ ਵਿਚਾਰ ਜਿਸ ਜੀਵਨ ਦੇ ਵਿੱਚ ਘੜੀ ਜਾਵੇ, ਉਹ ਸੱਚੀ ਗੁਰੂ ਦੀ ਟਕਸਾਲ ਦੀ ਘਾੜਤ ਗੁਰੂ ਸਤਿਗੁਰ ਨੇ ਬਣਾਈ ਹੈ, ਜਿਹਦੇ ਵਿੱਚ ਜਤ ਆ, ਜਿਹਦੇ ਵਿੱਚ ਸੱਚ ਆ, ਜਿਹਦੇ ਵਿੱਚ ਨਿਰਮਲਤਾਈ ਹੈ, ਜਿਹਦੇ ਵਿੱਚ ਪਵਿੱਤਰਤਾ ਹੈ। ਹੁਣ ਇਹ ਪਵਿੱਤਰ ਜੀਵਨ ਬਣਾਉਣ ਵਾਸਤੇ ਮਿਹਨਤ ਵੀ ਕਰਨੀ ਪਊਗੀ। ਦੇਖੋ, ਝੂਠ ਨੂੰ ਗ੍ਰਹਿਣ ਕਰਨ ਵਾਸਤੇ ਮਿਹਨਤ ਨਹੀਂ ਕਰਨੀ ਪੈਂਦੀ। ਸਚਿਆਰਤਾ ਦਾ ਜੀਵਨ ਜਿਉਣਾ, ਆਪਣੀ ਇੱਕ ਆਈਡੀਓਲੋਜੀ ਨੂੰ ਗੁਰਮਤਿ ਦੀ ਕਸਵੱਟੀ ਤੇ ਲੈ ਕੇ ਆਉਣਾ, ਇਹਦੇ ਵਾਸਤੇ ਬਹੁਤ ਸੰਘਰਸ਼ ਕਰਨਾ ਪੈਂਦਾ ਹੈ, ਕਨਸੈਂਟਰੇਸ਼ਨ ਰੱਖਣੀ ਪੈਂਦੀ ਹੈ, ਬਾਰ-ਬਾਰ ਆਪਣੇ ਆਪ ਨੂੰ ਸੰਭਾਲਣਾ ਪੈਂਦਾ ਹੈ। ਮਨੁੱਖ ਦਾ ਮਨ ਬਹੁਤ ਹੱਥ ਵਿਚਲਿਤ ਹੈ, ਬੜਾ ਵਿਚਲਿਤ ਹੈ। ਇਹਦਾ ਸੁਭਾਅ ਜਿਵੇਂ ਕਾਂ ਵਰਗਾ ਹੈ, ਗੰਦਗੀ ਨੂੰ ਬੜੀ ਛੇਤੀ ਜਾਂਦਾ ਹੈ। ਸਤਿਗੁਰ ਨੇ ਬਾਣੀ 'ਚ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਮਾਖੀ ਤੂੰ ਰਾਮ ਕੀ ਮਾਖੀ, ਜਹਾਂ ਦੁਰਗੰਧ ਤਹਾਂ ਤੂੰ ਬੈਸੈਂ, ਮਹਾਂ ਵਿਖਿਆ ਸਦ ਚਾਖੀ। ਕਹਿੰਦੇ ਮੱਖੀ ਦਾ ਸੁਭਾਅ ਪਤਾ ਕੀ ਹੈ? ਮੱਖੀ ਨੇ ਗੰਦਗੀ ਤੇ ਜਾ ਕੇ ਬਹਿਣਾ, ਉਹਨੇ ਗੰਦਗੀ ਦੇ ਲਿਬੜੇ ਹੋਏ ਹੱਥ ਲਿਆ ਕੇ ਫਿਰ ਚੰਗੀ ਚੀਜ਼ ਤੇ ਆ ਕੇ ਬਹਿ ਜਾਣਾ, ਉਹਨੂੰ ਵੀ ਗੰਦੀ ਕਰ ਦੇਣਾ। ਸਾਡੇ ਮਨ ਦਾ ਵੀ ਸੁਭਾਅ ਇਹ ਹੈ। ਮਨ ਗੰਦੀਆਂ ਬਾਤਾਂ ਵੱਲ, ਗੰਦੇ ਖਿਆਲਾਂ ਵੱਲ, ਈਰਖਾ ਵਾਲੇ ਬਚਨਾਂ ਵੱਲ, ਮਨੁੱਖ ਦੇ ਸੰਸਾਰੀ ਮੈਲ ਭਰੀ ਜ਼ਿੰਦਗੀ ਨੂੰ ਇਹ ਬੜੀ ਛੇਤੀ ਧਾਰਨ ਕਰ ਲੈਂਦਾ ਹੈ, ਬਹੁਤ ਛੇਤੀ ਧਾਰਨ ਕਰਦਾ ਹੈ। ਪਰ ਚੰਗੇ ਗੁਣਾਂ ਨੂੰ ਜੀਵਨ 'ਚ ਵਸਾਉਣਾ, ਦੇਖੋ ਅਸੀਂ ਆਦਤਾਂ ਕਹਿੰਦੇ ਆ ਨਾ, ਚੰਗੀਆਂ ਆਦਤਾਂ ਧਾਰਨ ਕਰਨੀਆਂ ਪੈਂਦੀਆਂ ਨੇ। ਮਾੜੀ ਆਦਤ ਕੀ ਹੈ? ਮਾੜੀ ਆਦਤ ਬੜੀ ਛੇਤੀ ਆ ਜਾਂਦੀ ਹੈ। ਝੂਠ ਬੋਲਣਾ ਇਹ ਕੰਨ ਸਾਨੂੰ ਕਿਹਨੇ ਸਿਖਾਇਆ ਥੋੜ੍ਹੀ, ਆਪੇ ਆਉਂਦਾ ਗਿਆ। ਪਰ ਚੰਗੀ ਆਦਤ, ਆਪਣੀ ਹੈਬਿਟ ਨੂੰ ਚੰਗਾ ਬਣਾਉਣਾ, ਆਪਣੀਆਂ ਆਦਤਾਂ ਚੰਗੀਆਂ ਬਣਾਉਣੀਆਂ, ਆਪਣੇ ਅੰਦਰ ਇੱਕ ਨਿਰਮਲਤਾਈ, ਨਿਰਮਲ ਨਿਆਰੇਪਨ ਨੂੰ ਲੈ ਕੇ ਆਉਣਾ, ਉਹਦੇ ਵਾਸਤੇ ਦੇਖੋ ਮਿਹਨਤ ਕਰਨੀ ਪਊਗੀ। ਤੋ ਕੋਸ਼ਿਸ਼ ਇਹ ਹੈ ਕਿ ਆਪਾਂ ਰਲ ਮਿਲ ਕੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ, ਰਲ ਮਿਲ ਕੇ ਸਤਿਗੁਰ ਕੀ ਪਾਵਨ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਾਡੇ ਜੀਵਨ ਦੇ ਵਿੱਚੋਂ ਮਨ ਮਤ ਨਿਕਲ ਜਾਵੇ ਤੇ ਅਸੀਂ ਗੁਰੂ ਦੀ ਮਤ ਦੇ ਧਾਰਨੀ ਹੋ ਜਾਈਏ। ਸੋ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 30 ਦੇ ਉੱਤੇ ਸੁਭਾਇਮਾਨ ਹੈ। ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਆਓ ਜੁੜੀਏ ਰਹਾਉ ਦੀ ਪੰਕਤੀ ਨਾਲ। ਭਾਈ ਰੇ ਗੁਰਮਤਿ ਸਾਚ ਰਹਾਉ। ਹੁਣ ਸਤਿਗੁਰੂ ਜੀ ਨੇ ਇੱਥੇ, ਮੈਂ ਜਿਵੇਂ ਕੱਲ ਵੀ ਬੇਨਤੀ ਕੀਤੀ ਸੀ, ਹੁਣ ਸਤਿਗੁਰੂ ਬੜੇ ਪਿਆਰ ਦੇ ਨਾਲ, ਬੜੀ ਮਿੱਠੀ ਭਾਸ਼ਾ ਦੇ ਵਿੱਚ ਗੁਰੂ ਦੇ ਸਿੱਖ ਨੂੰ ਸਮਝਾਉਂਦੇ ਨੇ। ਕਹਿੰਦੇ ਹੇ ਮੇਰੇ ਵੀਰ, ਹੇ ਮੇਰੇ ਭਰਾ, ਪਤਾ ਕੀ ਕਰ, ਗੁਰੂ ਦੀ ਮੱਤ ਤੇ ਤੁਰ, ਗੁਰੂ ਦੀ ਮੱਤ ਲੈ। ਹੁਣ ਕੱਲ ਵੀ ਰਾਤ ਨੂੰ ਇੱਕ ਵਿਸ਼ਾ ਕੀਤਾ ਗਿਆ ਸੀ, ਗੁਰਮਤਿ ਤੇ ਮਨਮਤ ਉੱਪਰ। ਗੁਰਮਤਿ ਕੀ ਹੈ? ਗੁਰੂ ਦੀ ਸਿੱਖਿਆ, ਗੁਰੂ ਦਾ ਜੀਵਨ, ਗੁਰੂ ਦੇ ਉਪਦੇਸ਼ਾਂ ਤੇ ਤੁਰਨਾ। ਸਾਡਾ ਗੁਰੂ, ਸਾਡੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਬਾਤ ਹੋਣੀ ਚਾਹੀਦੀ ਹੈ, ਹਰ ਚੀਜ਼ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਹੋਣੀ ਚਾਹੀਦੀ ਹੈ, ਗੁਰੂ ਦੀ ਮੱਤ ਤੇ ਹੋਣੀ ਚਾਹੀਦੀ ਹੈ। ਸਾਡਾ ਜੀਵਨ ਗੁਰੂ ਦੀ ਮੱਤ ਤੇ ਤੁਰਨਾ ਚਾਹੀਦਾ ਹੈ। ਪਰ ਹੋ ਕੀ ਰਿਹਾ ਹੈ? ਅਸੀਂ ਕਰ ਰਹੇ ਹਾਂ ਮਨਮਤ ਤੇ ਉਹਨੂੰ ਲਿਬਾਸ ਪਾਇਆ ਹੈ ਗੁਰਮਤ ਦਾ। ਕਰ ਰਹੇ ਹਾਂ ਮਨਮਤ, ਉਹਨੂੰ ਲਿਬਾਸ ਪਾਇਆ ਹੈ ਗੁਰਮਤ ਦਾ। ਹੁਣ ਨਿਸ਼ਾਨ ਸਾਹਿਬ ਦੇ ਉੱਤੇ ਮੱਥੇ ਟੇਕਣੇ, ਪੀੜ੍ਹਿਆਂ ਦੇ ਪਾਵੇ ਘੁੱਟਣੇ, ਥੜਿਆਂ ਤੇ ਮੱਥੇ ਟੇਕਣੇ, ਇਹ ਗੁਰੂ ਨੇ ਨਹੀਂ ਮੈਨੂੰ ਕਿਹਾ। ਇਹ ਉਸ ਅੰਨੀ ਸ਼ਰਧਾ ਦੇ ਵਿੱਚੋਂ ਨਿਕਲਿਆ ਹੋਇਆ ਮੇਰੇ ਮਨ ਦਾ ਇੱਕ ਫੁਰਨਾ ਹੈ ਕਿ ਇਹ ਜਿਹੜੇ ਨੇ ਨਾ ਪੀੜ੍ਹੇ ਦੇ ਜਿਹੜੇ ਪਾਵੇ ਨੇ, ਇੱਥੇ ਮੇਰੇ ਗੁਰੂ ਜੀ ਬਿਰਾਜਮਾਨ ਨੇ, ਗੁਰੂ ਦੇ ਪੈਰ ਨੇ। ਤੇ ਮੈਂ ਕੀ ਕੀਤਾ, ਜਾ ਕੇ ਪੀੜ੍ਹੇ ਦੇ ਪਾਵਿਆਂ ਨੂੰ ਕੁੱਟਣਾ ਸ਼ੁਰੂ ਕਰਤਾ। ਹੁਣ ਅਸੀਂ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਮੱਥਾ ਟੇਕ ਕੇ ਫਿਰ ਪਿੱਛੇ ਆ ਕੇ ਫਿਰ ਥੜੇ ਤੇ ਮੱਥਾ ਟੇਕਦੇ ਹਾਂ। ਹੁਣ ਇਹ ਮੇਰੇ ਮਨ ਚੋਂ ਫੁਰਨਾ ਨਿਕਲਿਆ ਹੈ, ਉਸ ਸ਼ਰਧਾ ਦੇ ਵਿੱਚੋਂ, ਜਾਂ ਇੰਜ ਕਹਿ ਲਓ ਕਿ ਉਸ ਅਗਿਆਨਤਾ ਦੇ ਵਿੱਚੋਂ ਨਿਕਲਿਆ ਹੋਇਆ ਫੁਰਨਾ ਹੈ। ਤੇ ਜਿਹਨੂੰ ਮੈਂ ਗੁਰਮਤ ਦਾ ਬਾਣਾ ਪਾ ਕੇ ਕਹਿ ਰਿਹਾ ਕਿ ਸ਼ਾਇਦ ਮੈਂ ਗੁਰਮਤ ਕਰ ਰਿਹਾ, ਕਿ ਮੇਰੀ ਉਸ ਸ਼ਰਧਾ ਤੋਂ ਲੋਕੀ ਪ੍ਰਭਾਵਿਤ ਹੋ ਰਹੇ ਨੇ, ਲੋਕੀ ਖੁਸ਼ ਹੋ ਰਹੇ ਨੇ। ਦੇਖੋ, ਮੈਂ ਚੌਰ ਸਾਹਿਬ ਨੂੰ ਮੱਥਾ ਟੇਕਦਾ ਜਾਂ ਟੇਕਦੀ ਹਾਂ, ਮੈਂ ਪੀੜ੍ਹੇ ਨੂੰ ਮੱਥਾ ਟੇਕਦੀ ਹਾਂ, ਮੈਂ ਆਲੇ ਦੁਆਲੇ ਗੁਰੂ ਸਾਹਿਬ ਦੇ ਜਿੰਨੇ ਪ੍ਰਕਰਮਾ ਕਰਦੀ ਹਾਂ, ਫਿਰ ਆ ਕੇ ਗੋਲਕ ਦੇ ਸਾਹਮਣੇ ਮੱਥਾ ਟੇਕਦੀ ਹਾਂ, ਸਿਰ ਮੈਂ ਲਕੀਰਾਂ ਕੱਢਦਾ ਨੱਕ ਦੀਆਂ। ਇਹ ਮੇਰੀ ਮਨ ਚੋਂ ਨਿਕਲਿਆ ਹੋਇਆ ਫੁਰਨਾ ਹੈ। ਤੇ ਮਨ ਚੋਂ ਨਿਕਲਿਆ ਹੋਇਆ ਫੁਰਨਾ ਹਮੇਸ਼ਾ ਮਨਮਤੀ ਰਹੇਗੀ, ਉਹ ਗੁਰਮਤ ਨਹੀਂ ਹੋ ਸਕਦੀ। ਗੁਰਮਤ ਕੀ ਹੈ? ਗੁਰੂ ਦੀ ਗਿਆਨ ਚੋਂ ਨਿਕਲਿਆ ਗਿਆਨ, ਗੁਰੂ ਦੇ ਗਿਆਨ ਚੋਂ ਨਿਕਲੀ ਸਮਝ। ਹੁਣ ਗੁਰੂ ਜੀ ਦਾ ਗਿਆਨ ਕੀ ਕਹਿੰਦਾ ਹੈ?
ਭਾਈ ਰੇ ਗੁਰਮਤਿ ਸਾਚ ਸਮਾਓ। ਹੁਣ ਗੁਰੂ ਜੀ ਕੀ ਕਹਿੰਦੇ ਨੇ, ਗੁਰੂ ਦੀ ਮੱਤ ਤੇ ਤੁਰ ਤੇ ਸਦਾ ਅਸਥਿਰ ਰਹਿਣ ਵਾਲਾ ਜਿਹੜਾ ਪਰਿਪੂਰਨ ਪਰਮਾਤਮਾ ਹੈ ਨਾ, ਉਹਦੇ ਨਾਲ ਆਪਣੇ ਜੀਵਨ ਦੀ ਸਾਂਝ ਪਾ, ਉਹਦੇ ਨਾਲ ਆਪਣੇ ਜੀਵਨ ਨੂੰ ਜੋੜ। ਸਦਾ ਅਟਲ ਰਹਿਣ ਵਾਲੇ ਨਿਰੰਕਾਰ ਪਰਮਾਤਮਾ ਜੋ ਮੰਦਰਾਂ ਗੁਰਦੁਆਰਿਆਂ ਵਿੱਚ ਨਹੀਂ। ਚੇਤਾ ਰੱਖਿਓ, ਤੁਹਾਨੂੰ ਗੁਰਦੁਆਰਿਆਂ ਵਿੱਚ ਅੱਜ ਰੱਬ ਨਹੀਂ ਲੱਭਣਾ, ਨਾ ਮੰਦਰਾਂ ਵਿੱਚ ਰੱਬ ਲੱਭਣਾ ਹੈ, ਨਾ ਮਸਜਿਦਾਂ 'ਚ ਲੱਭਣਾ ਹੈ। ਇਹ ਤੇ ਰੱਬ ਦੇ ਘਰਾਂ ਦਾ ਨਾਮ ਦਿੱਤਾ ਗਿਆ। ਰੱਬ ਦੇ ਘਰ ਘੁਰ ਕੋਈ ਨਹੀਂ ਹੈ। ਸਭ ਤੋਂ ਜ਼ਿਆਦਾ ਕਲਹਿ, ਸਭ ਤੋਂ ਜ਼ਿਆਦਾ ਕਲੇਸ਼ ਇੱਥੇ ਵਰਤ ਰਿਹਾ ਹੈ। ਗੋਲਕਾਂ ਦਾ ਕਲੇਸ਼, ਕਚਹਿਰੀਆਂ ਦਾ ਕਲੇਸ਼, ਵਕੀਲਾਂ ਦਾ ਕਲੇਸ਼, ਜਾਤ ਪਾਤਾਂ ਦਾ ਕਲੇਸ਼, ਬਰਾਦਰੀਵਾਦ ਦਾ ਕਲੇਸ਼, ਸਾਰਾ ਤੇ ਇੱਥੇ ਪਿਆ ਹੈ। ਫਿਰ ਇਹਦਾ ਮਤਲਬ ਵੀ ਜਾਂ ਤਾਂ ਅਸੀਂ ਨੂੰ ਰੱਬ ਦਾ ਘਰ ਨਹੀਂ ਮੰਨਿਆ, ਕਿਉਂਕਿ ਰੱਬ ਦੇ ਘਰ ਦੇ ਥੱਲੇ ਹੁਣ ਨੀਲੇ ਆਕਾਸ਼ ਥੱਲੇ ਕੋਈ ਦਾਅਵਾ ਕਰੇ ਕਿ ਆ ਨੀਲਾ ਆਕਾਸ਼ ਮੇਰੀ ਜਾਤ ਵਾਲੇ ਦਾ ਹੈ, ਮੈਂ ਇੱਥੇ ਕਿਸੇ ਨੂੰ ਨਹੀਂ ਆਉਣ ਦੇਣਾ, ਕੋਈ ਕਰ ਸਕਦਾ? ਨੀਲਾ ਆਕਾਸ਼ ਰੱਬ ਦਾ ਘਰ ਹੈ। ਇਹ ਸੰਸਾਰ ਰੱਬ ਦਾ ਘਰ ਹੈ, ਜਿੱਥੇ ਕਿਸੇ ਮਨੁੱਖ ਨੂੰ ਰਹਿਣ ਦਾ ਕੋਈ ਮਨਾਹੀ ਨਹੀਂ, ਉੱਥੇ ਕੋਈ ਹੱਦਬੰਦੀਆਂ ਨਹੀਂ। ਪਰਮਾਤਮਾ ਨੇ ਕੋਈ ਸਮੁੰਦਰ ਵਿੱਚ ਹੱਦਬੰਦੀ ਨਹੀਂ ਪਾਈ ਵੀ ਆਹ ਸਮੁੰਦਰ ਫਲਾਨਾ ਅੱਧਾ ਦੂਜੇ ਦੇਸ਼ ਦਾ, ਅੱਧਾ ਦੂਜੇ ਦੇਸ਼ ਦਾ। ਇਹ ਮਨੁੱਖ ਨੇ ਪਾਈਆਂ ਨੇ, ਮਨੁੱਖ ਨੇ। ਫਿਰ ਇਹਨੇ ਧਰਮ ਦੇ ਨਾਂ ਦੇ ਉੱਤੇ ਉਹ ਵੰਡੀਆਂ ਪਾ ਲਈਆਂ। ਵਰਨ ਵੰਡ ਮਨੁੱਖ ਨੇ ਕੀਤੀ ਹੈ, ਗੁਰੂ ਪਰਮਾਤਮਾ ਨੇ ਨਹੀਂ ਕੀਤੀ। ਜਾਤ ਪਾਤ ਮਨੁੱਖ ਨੇ ਪੈਦਾ ਕੀਤੀ ਹੈ, ਪਰਮਾਤਮਾ ਨੇ ਨਹੀਂ ਕੀਤੀ। ਧਰਮ ਦੀ ਕਰਮਕਾਂਡ ਪਖੰਡ ਮਨੁੱਖ ਨੇ ਪੈਦਾ ਕੀਤੇ ਨੇ। ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਖੋਜ ਕੇ ਵੇਖ ਲਓ, ਕਿਤੇ ਵੀ ਕਿਹਾ ਹੋਵੇ ਪਾਤਸ਼ਾਹ ਨੇ ਵੀ ਤੂੰ ਕਰਮਕਾਂਡ ਤੇ ਪਖੰਡ ਕਰ, ਬਲਕਿ ਹਰ ਜਗ੍ਹਾ ਵਰਜਿਆ ਹੀ ਹੈ, ਹਰ ਜਗ੍ਹਾ ਰੋਕਿਆ ਹੀ ਹੈ, ਹਰ ਜਗ੍ਹਾ ਟੋਕਿਆ ਹੀ ਹੈ। ਪਰ ਤਾਂ ਵੀ ਅਸੀਂ ਕਰ ਰਹੇ ਹਾਂ ਉਹਨੂੰ। ਫਿਰ ਅਸੀਂ ਗੁਰਮਤ ਦਾ ਲਿਬਾਸ ਪਾ ਰਹੇ ਹਾਂ। ਸਾਨੂੰ ਸਮਝ ਹੀ ਨਹੀਂ ਆ ਰਹੀ ਵੀ ਅਸੀਂ ਗੁਰਮਤ ਕਰ ਰਹੇ ਹਾਂ ਕਿ ਮਨਮਤ ਕਰ ਰਹੇ ਹਾਂ। ਕਰ ਅਸੀਂ ਮਨਮਤ ਰਹੇ ਹਾਂ, ਕਿਉਂਕਿ ਅਸੀਂ ਗੁਰਬਾਣੀ ਗੁਰੂ ਸ਼ਬਦ ਦੇ ਵਿੱਚੋਂ ਤੇ ਕੁਝ ਖੋਜਿਆ ਹੀ ਨਹੀਂ ਨਾ। ਉਹ ਤੇ ਅਸੀਂ ਠੇਕੇ ਤੇ ਦੇ ਦਿੱਤਾ ਹੈ, ਭਾਈ ਆਪੇ ਪੜ੍ਹ ਕੇ ਸੁਣਾਵੇ। ਆ ਗੁਰਦੁਆਰੇ ਭਾਈ ਕਾਹਤੋਂ ਰੱਖਿਆ? ਇਹ ਸੁਣਾਵੇ ਪੜ੍ਹ ਕੇ, ਇਹ ਸੁਣਾਵੇ ਸਾਨੂੰ ਵਿਚਾਰ ਕਰਕੇ। ਹੁਣ ਭਾਈ ਵਿਚਾਰ ਕਰਨ ਲੱਗਿਆਂ 100 ਵਾਰੀ ਸੋਚਦਾ ਪਤਾ ਨਹੀਂ ਕਿਹਦੇ ਮੂੰਹ ਤੇ ਗੁੱਸਾ ਆ ਜਾਣਾ ਜੇ ਮੈਂ ਸੱਚ ਕਹਿ ਦਿੱਤਾ। ਉਹ ਫਿਰ ਆਪਣੇ ਵਿਚਾਰਾ ਆਪਣੇ ਆਪ ਨੂੰ ਬਚਾਉਂਦਾ ਹੋਇਆ ਉਹ ਵੀ ਉਹੋ ਜਿਹੇ ਸ਼ਬਦ ਕੱਢਦਾ ਹੈ, ਉਹੋ ਜਿਹੇ ਅਰਥ ਕੱਢਦਾ ਹੈ। ਬੋਤਲਾਂ ਦਾ ਪਾਣੀ ਦੇਈ ਜਾਂਦਾ ਹੈ, ਪੀੜਿਆਂ ਦੇ ਥੱਲਿਓਂ ਪਾਣੀ ਦੀਆਂ ਬੋਤਲਾਂ ਰੱਖ ਰੱਖ ਕੇ ਲੋਕੀ ਅੰਮ੍ਰਿਤ ਬਣਾ ਬਣਾ ਕੇ ਪੀ ਜਾਂਦੇ ਨੇ। 48 ਦਿਨ ਅਖੰਡ ਪਾਠ ਚੱਲ ਰਿਹਾ, 48 ਘੰਟੇ, ਤੇ ਲਾਗੇ ਰੱਖਿਆ ਪਾਣੀ ਦਾ ਘੜਾ, ਕਹਿੰਦੇ ਜੀ ਇਹ ਅੰਮ੍ਰਿਤ ਬਣ ਗਿਆ। ਹੁਣ ਇਹ ਮਨਮਤ ਹੈ, ਇਹ ਗੁਰੂ ਦੀ ਮੱਤ ਨਹੀਂ ਹੈ। ਇਹ ਮੇਰੀ ਮਨ ਦੀ ਮੱਤ ਵਿੱਚੋਂ ਨਿਕਲਿਆ ਫੁਰਨਾ ਹੈ, ਤੇ ਜਿਹਨੂੰ ਮੈਂ ਗੁਰਮਤ ਦਾ ਬਾਣਾ ਬਣਾ ਕੇ ਆਪਣੇ ਜੀਵਨ ਨੂੰ ਇਹ ਦੱਸ ਰਿਹਾ, ਆਪਣੇ ਆਪ ਨੂੰ ਇਹ ਵਹਿਮ ਵਿੱਚ ਪਾ ਰਿਹਾ ਵੀ ਸ਼ਾਇਦ ਇਹ ਗੁਰਮਤ ਹੈ। ਨਹੀਂ, ਸਭ ਕਹਿੰਦੇ ਗੁਰਮਤ ਕੀ ਹੈ? ਸਾਚ ਰਹਾਓ ਭਾਈ ਰੇ ਗੁਰਮਤਿ ਸਾਚ ਰਹਾਓ। ਗੁਰੂ ਦੀ ਮੱਤ ਕੀ ਹੈ? ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਮਾਤਮਾ ਦੇ ਨਾਲ ਆਪਣੇ ਜੀਵਨ ਨੂੰ ਜੋੜ, ਜੋ ਸਦੀਵੀ ਸਥਿਰ ਹੈ, ਜੋ ਸੱਚ ਦੇ ਆਧਾਰ ਤੇ ਹੈ, ਜਿਹਦੇ ਵਿੱਚ ਰੱਤਿਕ ਮਾਤਰ ਵੀ ਝੂਠ ਨਹੀਂ, ਜਿਹਦੇ ਵਿੱਚ ਇੱਕ ਕਿਣਕਾ ਮਾਤਰ ਵੀ ਕਪਟ ਨਹੀਂ। ਐਸੇ ਸੋਹਣੇ ਰੱਬ ਦੇ ਨਾਲ ਆਪਣੀ ਸਾਂਝ ਪਾ। ਫਿਰ ਕੀ ਕਰ? ਦੇਖੋ, ਇਹ ਅਸੀਂ ਉਪਦੇਸ਼ ਲੈ ਰਹੇ ਹਾਂ ਗੁਰੂ ਕੋਲੋਂ, ਇਹ ਵਸਾਉਣਾ ਅਸੀਂ ਹਾਂ ਜੀਵਨ 'ਚ, ਇਹ ਸਾਡੇ ਵਾਸਤੇ ਹੈ। ਸਾਚੋ ਸਾਚ ਕਮਾਵਣਾ, ਸਾਚੋ ਸਾਚ, ਸੱਚ ਹੀ ਸੱਚ। ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਉਹ ਸੱਚਿਆਰ ਹੈ। ਉਹਦੀ ਸੱਚਾਈ ਨੂੰ ਆਪਣੇ ਜੀਵਨ ਦੇ ਵਿੱਚ ਚੰਗੇ ਕਰਮਾਂ ਦੇ ਵਿੱਚ ਲੈ ਕੇ ਆ। ਚੰਗੇ ਕੰਮ ਕਰ, ਆਪਣੇ ਅੱਜ ਨੂੰ ਸੁਧਾਰ। ਅੱਜ ਵਿੱਚ ਚੰਗੇ ਕੰਮ ਕਰਨੇ ਚਾਲੂ ਕਰੇਗਾ, ਕੱਲ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਰਹਿਣੀ। ਜੇ ਅੱਜ ਮਾੜਾ ਬੀਜ ਰਿਹਾ ਤੇ ਸੋਚੇ ਵੀ ਕੱਲ ਚੰਗਾ ਹੋ ਜਾਵੇਗਾ, ਇਹ ਹਰਗਿਜ਼ ਹੋਣਾ ਵੀ ਨਹੀਂ। ਸੱਚੋ ਸੱਚ ਕਮਾਵਣਾ, ਸਾਚੈ ਸ਼ਬਦ ਮਿਲਾਓ। ਕਹਿੰਦੇ ਹਰ ਵਕਤ ਸੱਚੋ ਸੱਚ ਦੀ ਕਮਾਈ ਕਰ। ਸੱਚੋ ਸੱਚ ਸਦਾ ਸਥਿਰ ਰਹਿਣ ਵਾਲਾ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਨਾ, ਉਹਦੇ ਜਿਹੜੇ ਸ਼ੁਭ ਗੁਣ ਨੇ, ਉਹ ਗੁਣਾਂ ਦਾ ਜਿਹੜਾ ਮੁਜੱਸਮਾ ਹੈ, ਉਹ ਨਿਰਵੈਰ ਹੈ, ਉਹ ਨਿਰਭਉ ਹੈ। ਐਸਾ ਸੋਹਣੇ ਪ੍ਰਮਾਤਮਾ ਦੇ ਮਿੱਠੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ। ਸੱਚ ਦੀ ਕਮਾਈ ਕਰ। ਕਮਾਵਣਾ, ਸੱਚ ਦੀ ਕਮਾਈ ਕਰ, ਚੰਗੇ ਕੰਮਾਂ ਦੀ ਕਮਾਈ ਕਰ। ਸੱਚੋ ਸ਼ਬਦ ਮਿਲਾਓ, ਤੇ ਚੇਤਾ ਰੱਖੀ ਫਿਰ ਸਾਚੈ ਸ਼ਬਦ ਮਿਲਾਓ। ਫਿਰ ਇਹ ਜਿਹੜੀ ਪ੍ਰਮਾਤਮਾ ਦੇ ਨਾਲ ਤੇਰੀ ਸਾਂਝ ਬਣੇਗੀ, ਇਹ ਕੌਣ ਪਾਊਗਾ ਤੇਰੀ ਪ੍ਰਮਾਤਮਾ ਨਾਲ ਸਾਂਝ?
ਜਦੋਂ ਤੂੰ ਸੱਚੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਮਿਲਾ ਲਵੇਂਗਾ। ਇਹ ਮਨ ਨੂੰ ਜਦੋਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਸਮੋ ਲਵੇਂਗਾ, ਜਦੋਂ ਇਹ ਮਨ ਗੁਰੂ ਸ਼ਬਦ ਦਾ ਕਹਿਣਾ ਮੰਨਣ ਲੱਗ ਪਵੇਗਾ, ਇਹ ਮਨ ਜਦੋਂ ਗੁਰੂ ਸ਼ਬਦ ਵਿੱਚ ਟਿਕ ਜਾਵੇਗਾ, ਫਿਰ ਐਸੇ ਜੀਵਨ ਵਿੱਚ ਸਚਿਆਰਤਾ ਆਵੇਗੀ, ਜੀਵਨ ਵਿੱਚ ਚੰਗੇ ਕੰਮ ਕਰਨ ਨੂੰ ਜੀ ਕਰੂਗਾ, ਮਾੜੀਆਂ ਬਿਰਤੀਆਂ, ਮਾੜਾ ਜੀਵਨ ਖਤਮ ਹੋਵੇਗਾ ਤੇ ਸੱਚਾਈ ਵਾਲੇ ਰਸਤੇ ਤੇ ਜੀਵਨ ਦਾ ਜਿਹੜਾ ਤੋਰਾ ਜਿਹੜਾ ਪ੍ਰਾਰੰਭ ਹੋਵੇਗਾ ਤੇ ਜੀਵਨ ਵਿੱਚ ਸੱਚ ਟਿਕਣ ਲੱਗ ਪਵੇਗਾ। ਇਹ ਰਾਹਾਉ ਦੀਆਂ ਪੰਕਤੀਆਂ ਨੇ। ਹੁਣ ਬਾਕੀ ਬੰਦ ਇਹਦੇ ਆਲੇ ਦੁਆਲੇ ਘੁਮਾ ਰਹੇ ਨੇ ਸਾਨੂੰ, ਤਾਂ ਕਿ ਅਸੀਂ ਹੋਰ ਗੱਲ ਬਿਲਕੁਲ ਡੀਪਲੀ ਸਮਝ ਲਈਏ ਜੋ ਸਤਿਗੁਰੂ ਜੀ ਸਮਝਾਉਣਾ ਚਾਹ ਰਹੇ ਨੇ। ਹੁਣ ਪਹਿਲਾ ਬੰਦ ਹੈ ਸ਼੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਹੁਣ ਤ੍ਰੈ ਗੁਣ ਮਾਇਆ ਮੋਹ ਹੈ। ਮਨੁੱਖ ਤਿੰਨ ਗੁਣਾਂ ਦੇ ਵਿੱਚ ਮਾਇਆ ਦੇ ਜੀਵਨ ਬਸਰ ਕਰ ਰਿਹਾ, ਰਜੋ ਤਮੋ ਸਤੋ। ਹੁਣ ਇਹਦੇ ਉੱਪਰ ਇੱਕ ਪੰਕਤੀ ਜਿਹੜੀ ਅਗਲੀ ਆਈ ਹੈ ਚੌਥਾ ਪਦ, ਬੜੇ ਇਹਦੇ ਉੱਪਰ ਕਰਮਕਾਂਡ ਕੀਤੇ ਜਾ ਰਹੇ ਨੇ। ਕਈਆਂ ਨੇ ਤੇ ਵੱਡੇ ਵੱਡੀਆਂ ਆਪਣੀਆਂ ਸੰਪਰਦਾਵਾਂ ਖੋਲ੍ਹ ਲਈਆਂ ਕਿ ਅਸੀਂ ਆ ਵੇਖੋ ਜੀ ਚੌਥੇ ਪਦ ਦਾ ਕੋਰਸ ਕਰਾਉਂਦੇ ਹਾਂ, ਚੌਥੇ ਪਦ ਤੱਕ ਅਸੀਂ ਲੈ ਕੇ ਜਾਂਦੇ ਹਾਂ, ਕੋਰਸ ਕਰਾਉਂਦੇ ਹਾਂ। ਆਪ ਉਹ ਪੀਲੀਆ ਹੋ ਕੇ ਮਰ ਗਏ, ਆਪ ਚੌਥੇ ਪਦ ਤੱਕ ਪਹੁੰਚੇ ਹੀ ਨਹੀਂ। ਆ ਦੇਹਧਾਰੀ ਇਹ ਪਖੰਡੀਆਂ ਦੇ ਡੇਰਿਆਂ ਤੇ ਜੇ ਜਾਵਾਂਗੇ ਨਾ, ਗੁਰੂ ਨੂੰ ਛੱਡ ਕੇ ਧੋਖਾ ਹੀ ਮਿਲੂਗਾ, ਧੋਖਾ ਹੀ ਮਿਲੂਗਾ, ਖੁਆਰ ਹੀ ਹੋਣਗੇ। ਪਰ ਜੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਨਾਲ ਜੁੜੋਗੇ ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਹ ਐਸਾ ਗੁਰੂ ਹੈ ਜਿਹਨੇ ਕਦੀ ਵੀ ਸਾਥ ਨਹੀਂ ਛੱਡਣਾ, ਜਿਹਨੇ ਕਦੀ ਵੀ ਨਹੀਂ ਮਿਟਣਾ, ਜਿਹੜਾ ਹਰ ਵਕਤ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ, ਮੇਰੇ ਹਰ ਵਕਤ ਅੰਗ ਸੰਗ ਸਮੋਇਆ ਹੈ। ਤੋ ਸਭ ਕਹਿੰਦੇ ਤ੍ਰੈ ਗੁਣ ਮਾਇਆ ਮੋਹ ਹੈ। ਜਗਤ ਤ੍ਰੈ ਗੁਣੀ ਮਾਇਆ ਦੇ ਮੋਹ ਵਿੱਚ ਪਸਰਿਆ ਪਿਆ ਹੈ। ਕੁਝ ਪਾਲਿਆ ਤੇ ਖੁਸ਼ੀ ਹੈ, ਕੁਝ ਗਵਾਚ ਗਿਆ ਤੇ ਗਮੀ ਹੈ। ਕੁਝ ਪਾਲਿਆ ਤੇ ਹੰਕਾਰ ਹੈ, ਕੁਝ ਗਵਾਚ ਗਿਆ ਤੇ ਗਮੀ ਹੈ। ਕੁਝ ਪਾਲਿਆ ਤੇ ਜੀਵਨ ਦੇ ਵਿੱਚ ਇੰਨਾ ਮਾਣ ਹੈ, ਆਪਣੇ ਆਪ ਦੀ ਵੀ ਕੋਈ ਸੁੱਧ ਬੁੱਧ ਨਹੀਂ ਰਹੀ, ਪਰ ਜੇ ਕੁਝ ਗਵਾਚ ਗਿਆ ਤੇ ਸਿਰ ਪਿੱਟਣ ਲੱਗ ਪੈਂਦਾ ਹੈ। ਬਸ ਇਹੀ ਅਵਸਥਾਵਾਂ ਦੇ ਵਿੱਚ ਜੀਵਨ ਚੱਲ ਰਿਹਾ ਹੈ। ਤ੍ਰੈ ਗੁਣ ਮਾਇਆ ਮੋਹ ਹੈ। ਜਗਤ ਤਿੰਨ ਗੁਣਾਂ 'ਚ ਰਜੋ ਤਮੋ ਸਤੋ। ਤਿੰਨਾਂ ਗੁਣਾਂ ਦੇ ਵਿੱਚ ਰਜੋ ਦਾ ਅਰਥ ਹੈ ਧਨ ਪਦਾਰਥ ਬਹੁਤਾਤ ਮਿਲ ਜਾਣ, ਤ੍ਰਿਸ਼ਨਾ ਦੀ ਅੱਗ, ਸਤੋ ਦਾ ਅਰਥ ਹੈ ਮੁਕਤੀ, ਮੋਕਸ਼। ਬਸ ਇਹੀ ਚੀਜ਼ਾਂ ਦੇ ਵਿੱਚ ਜੀਵਨ ਚੱਲ ਰਿਹਾ ਹੈ। ਪਰ ਸਾਹਿਬ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਨ ਵਾਲਾ ਗੁਰੂ ਦਾ ਸਿੱਖ ਆ ਨਾ, ਉਹ ਇਹਨਾਂ ਤਿੰਨਾਂ ਮਾਇਆ ਦੇ ਮੋਹ ਵਿੱਚ ਨਹੀਂ ਪੈਂਦਾ। ਉਹ ਇਸ ਤਿੰਨ ਮਾਇਆ ਦੇ ਨਾ ਉਹਨੂੰ ਪਦਾਰਥਵਾਦੀ ਬਣਨ ਦਾ ਸ਼ੌਂਕ ਹੈ ਗੁਰੂ ਦੇ ਸਿੱਖ ਨੂੰ, ਨਾ ਉਹਨੂੰ ਕੋਈ ਮੋਕਸ਼ ਤੇ ਮੁਕਤੀ ਦਾ ਕੋਈ ਮਨ ਦੇ ਵਿੱਚ ਹੈਗੀ ਹੈ ਬਾਤ ਕਿ ਮੈਨੂੰ ਮੁਕਤੀ ਚਾਹੀਦੀ ਹੈ। ਬਾਬਾ ਰਵਿਦਾਸ ਜੀ ਨੇ ਬੜੇ ਸਾਫ਼ ਸ਼ਬਦਾਂ ਵਿੱਚ ਬਾਤ ਕਹੀ। ਕਹਿੰਦੇ ਹੇ ਰੱਬਾ, ਮੈਂ ਤੇਰੇ ਧਾਰਮਿਕ ਲੋਕਾਂ ਤੋਂ, ਜਿਹੜੇ ਇਹ ਲੋਕ ਧਰਮ ਦਾ ਬਾਣਾ ਪਾ ਕੇ ਬੈਠੇ ਨੇ, ਇਹ ਰੋਜ਼ ਲੋਕਾਂ ਨੂੰ ਮੈਂ ਲੁੱਟਦੇ ਵੇਖਦਾ, ਮੁਕਤੀ ਦੇ ਨਾਂ ਤੇ ਲੁੱਟਦੇ ਨੇ, ਬਹੁਤ ਲੁੱਟਦੇ ਨੇ। ਕਹਿੰਦੇ ਨੇ ਮੁਕਤ ਹੋ ਜਾਓਗੇ ਤੁਸੀਂ। ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਇਹੋ ਜਿਹੀ ਮੁਕਤੀ ਨਹੀਂ ਚਾਹੀਦੀ। ਰਾਜ ਨ ਚਾਹੂੰ ਮੁਕਤ ਨ ਚਾਹੂੰ। ਨਾ ਮੈਨੂੰ ਆ ਰਾਜ ਭਾਗਾਂ ਦਾ ਕੋਈ ਮਨ ਵਿੱਚ ਸ਼ੌਂਕ ਹੈ, ਤੇ ਨਾ ਹੀ ਮੈਂ ਤੇਰੀ ਇਸ ਕਰਕੇ ਪੂਜਾ ਕਰਦਾ ਵੀ ਤੂੰ ਮੈਨੂੰ ਮੁਕਤ ਕਰਾ ਦੇਵੇਂ। ਮੈਨੂੰ ਇਹੋ ਜਿਹੀ ਮੁਕਤੀ ਵੀ ਨਹੀਂ ਚਾਹੀਦੀ। ਫਿਰ ਕੀ ਚਾਹੀਦਾ ਹੈ ਬਾਬਾ ਜੀ ਤੁਹਾਨੂੰ? ਕਹਿੰਦੇ ਮੈਨੂੰ ਤੇ ਸਿਰਫ ਤੁਹਾਡੇ ਚਰਨਾਂ ਦਾ ਪ੍ਰੇਮ ਚਾਹੀਦਾ। ਮਰੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਕਹਿੰਦੇ ਜੇ ਇਹ ਗੱਲ ਦਾ ਕੋਈ ਦਾਅਵਾ ਕਰੇ ਕਿ ਮਰਨ ਤੋਂ ਬਾਅਦ ਆ ਮੁਕਤੀ ਮਿਲੂਗੀ, ਬਾਬਾ ਜੀ ਕਹਿੰਦੇ ਕਿੰਨੇ ਵੇਖੀਏ ਮਰਨ ਤੋਂ ਬਾਅਦ ਆ ਮੁਕਤੀ? ਹਾਂ, ਜੇ ਰੱਬ ਤੇਰੇ ਕੋਲ ਇੰਨੀ ਤਾਕਤ ਆ ਨਾ, ਜੇ ਇਹ ਲੋਕ ਕਹਿ ਰਹੇ ਨੇ ਕਿ ਇਹ ਸਾਡੇ ਕਰਮ ਕਾਂਡਾਂ, ਸਾਡਿਆਂ ਮੰਤਰਾਂ ਦੇ ਵਿੱਚ, ਸਾਡੀਆਂ ਇਹਨਾਂ ਸ਼ਕਤੀਆਂ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਅਸੀਂ ਮਰਨ ਤੋਂ ਬਾਅਦ ਆ ਮੁਕਤੀ ਕਰਾਵਾਂਗੇ, ਤੇ ਜੇ ਇੰਨੀ ਸ਼ਕਤੀ ਤੁਸੀਂ ਰੱਖਦੇ ਹੋ, ਮੈਨੂੰ ਜਿਉਂਦਿਆਂ ਜੀ ਮੁਕਤ ਕਰਾ ਕੇ ਵਿਖਾਓ। ਤੇ ਪੰਚਮ ਪਾਤਸ਼ਾਹ ਕਹਿੰਦੇ ਜੁਗਤੀ ਦੱਸ ਦਿੰਦੇ ਆ। ਜੀਵਨ ਮੁਕਤ ਦੀ ਨਿਸ਼ਾਨੀ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਵਿੱਚ ਦੱਸ ਦਿੱਤੀ। ਚੌਥੇ ਪਦ ਦੀ ਕਿਸ ਅਵਸਥਾ ਤੇ ਗੁਰੂ ਦਾ ਸਿੱਖ ਪਹੁੰਚ ਜਾਂਦਾ ਹੈ? ਗੁਰਮੁਖ ਚੌਥਾ ਪਦ ਪਾਏ। ਕਿਹੜਾ ਚੌਥਾ ਪਦ ਆ? ਜਦੋਂ ਮਨ ਦੇ ਵਿੱਚ ਇਹ ਅਵਸਥਾ ਬਣ ਜਾਵੇ, ਤੈਸਾ ਹਰਖ ਤੈਸਾ ਉਸ ਸੋਗ, ਖੁਸ਼ੀ ਤੇ ਗਮੀ ਬਰਾਬਰ ਹੋ ਗਈ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਮਿੱਟੀ ਤੇ ਸੋਨੇ ਵਰਗੀ। ਹੁਣ ਸੋਨੇ ਦੀ ਕੋਈ ਭੁੱਖ ਨਹੀਂ,
ਹੁਣ ਜੀਵਨ ਦੇ ਵਿੱਚ ਸੋਨਾ ਮਿੱਟੀ ਵਰਗਾ ਬਣ ਗਿਆ। ਕੋਈ ਮਨ ਵਿੱਚ ਸੋਨੇ ਦਾ ਲਾਲਚ ਨਹੀਂ ਹੈ, ਕੋਈ ਅਭੂਖਣਾ ਤੇ ਗਹਿਣਿਆਂ ਦੀ ਕੋਈ ਮਨ ਵਿੱਚ ਅਵਸਥਾ ਨਹੀਂ ਹੈ, ਕੋਈ ਇਹਦੇ ਵੱਲ ਲਾਲਸਾ ਨਹੀਂ ਹੈ। ਤੇ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀ ਹੈ ਜੀਵਨ ਮੁਕਤ। ਜੀਵਨ ਮੁਕਤ ਹੋਣਾ ਚੌਥਾ ਪਦ ਹੈ। ਜਿਉਂਦਿਆਂ ਜੀ ਸੱਚ ਦੇ ਰਸਤੇ ਤੇ ਤੁਰ ਪੈਣਾ, ਜਿਉਂਦਿਆਂ ਜੀ ਸੱਚ ਦੇ ਰਸਤੇ ਤੇ ਤੁਰਨਾ ਕਫਨ ਸਿਰ ਤੇ ਬੰਨਣ ਬਰਾਬਰ ਹੈ। ਜਾਓ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ ਵਾਲੀ ਅਵਸਥਾ ਹੈ। ਤ੍ਰੈ ਗੁਣ ਮਾਇਆ ਮੋਹ ਹੈ। ਸਾਰਾ ਜਗਤ ਮਾਇਆ ਦੇ ਤਿੰਨਾਂ ਗੁਣਾਂ ਦੇ ਮੋਹ ਵਿੱਚ ਪਸਰਿਆ ਹੈ। ਗੁਰਮੁਖ ਚੌਥਾ ਪਦ ਪਾਏ, ਪਰ ਗੁਰੂ ਦੀ ਮੱਤ ਤੇ ਤੁਰਨ ਵਾਲਾ ਜਿਹੜਾ ਗੁਰੂ ਦਾ ਸਿੱਖ ਆ ਉਹ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਤੱਕ ਪਹੁੰਚ ਜਾਂਦਾ ਹੈ। ਕਿਹੜਾ ਚੌਥਾ ਪਦ? ਜਿਹਦੇ ਵਿੱਚ ਪੂਰਨ ਤਰੀਕੇ ਨਾਲ ਪ੍ਰਮਾਤਮਾ ਨਾਲ ਇਕਮਿਕਤਾ ਹੋ ਜਾਂਦੀ ਹੈ, ਜਿਹਦੇ ਵਿੱਚ ਪ੍ਰਮਾਤਮਾ ਤੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਗੁਰੂ ਦਾ ਸਿੱਖ ਨਿਰੰਕਾਰ ਵਰਗੇ ਜੀਵਨ ਨੂੰ ਜੀਵਨ 'ਚ ਧਾਰਨ ਕਰ ਲੈਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਉਹਦੇ ਵਾਸਤੇ ਕੈਸੇ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੇ। ਆਹ ਵਾ ਚੌਥੇ ਪਦ ਦੀ ਅਵਸਥਾ। ਭਾਈ ਮਨੀ ਸਿੰਘ, ਧੰਨ ਧੰਨ ਬਾਬਾ ਤਾਰੂ ਸਿੰਘ ਜੀ, ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ, ਇਹ ਨੇ ਉਸ ਅਵਸਥਾ ਤੇ। ਲਾਲਚ ਦਿੱਤੇ ਜਾ ਰਹੇ ਨੇ, ਛੱਡ ਦਿਓ ਸਿੱਖੀ ਚੋਂ ਕੀ ਲੱਭਣਾ ਜੇ। ਨਹੀਂ, ਗੁਰੂ ਦਾ ਪਿਆਰ ਪਹਿਲਾਂ ਹੈ, ਗੁਰੂ ਦਾ ਸਿਧਾਂਤ ਪਹਿਲਾਂ ਹੈ। ਅੱਜ ਸਾਨੂੰ ਤੇ ਲਾਲਚ ਦੇ ਕੇ ਸਾਡੀ ਕੌਮ ਦਾ ਇਹਨਾਂ ਨੇ ਹਾਲਾਤ ਕਿਹੋ ਜਿਹੇ ਬਣਾ ਦਿੱਤੇ ਨੇ। ਕੁਰਸੀਆਂ ਦੇ ਬਦਲੇ, ਵੋਟਾਂ ਦੇ ਬਦਲੇ ਅੱਜ ਸਿੱਖੀ ਨਿੱਤ ਵਿਕਾਊ ਵਿਕਦੀ ਪਈ ਹੈ। ਵਿਕਣ ਵਾਲਾ ਚਾਹੀਦਾ ਹੈ, ਖਰੀਦਣ ਵਾਲਾ ਚਾਹੀਦਾ ਹੈ। ਕੁਝ ਆਨਿਆਂ ਤੇ ਵਿਕਦੇ ਨੇ, ਕੁਝ ਕਰੋੜਾਂ ਤੇ ਵਿਕਦੇ ਨੇ, ਕੁਝ ਕੁਰਸੀਆਂ ਤੇ ਵਿਕ ਜਾਂਦੇ ਨੇ, ਕੁਝ ਕਿਤਿਆਂ ਤੇ ਵਿਕ ਜਾਂਦੇ ਨੇ। ਪਰ ਗੁਰੂ ਦਾ ਸਿੱਖ ਵਿਕਾਊ ਨਹੀਂ ਹੁੰਦਾ। ਗੁਰੂ ਦਾ ਸਿੱਖ ਦੇ ਕੋਈ ਬੋਲੀ ਨਹੀਂ ਲਾ ਸਕਦਾ। ਗੁਰੂ ਦਾ ਸਿੱਖ ਆਖਰੀ ਪੜਾਵਾਂ ਤੱਕ ਸੱਚ ਤੇ ਸੱਚ ਦੇ ਸਿਧਾਂਤ ਤੇ ਜੀਵਨ ਜਿਉਂਦਾ ਹੈ। ਕਰ ਕਿਰਪਾ ਮੇਲਾਇਨ, ਹਰ ਨਾਮ ਵਸਿਆ ਮਨ ਆਏ। ਕਰ ਕਿਰਪਾ ਮੇਲਾਇਨ, ਕਹਿੰਦੇ ਜਦੋਂ ਮੇਰਾ ਮਨ ਪਰਿਪੂਰਨ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨ ਲੱਗਾ, ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨੂੰ ਮਹਿਸੂਸ ਕਰਨ ਲੱਗਾ, ਸਮਝਣ ਲੱਗਾ, ਗੁਰੂ ਦਾ ਸ਼ਬਦ ਜੀਵਨ ਵਿੱਚ ਕਰਨ ਲੱਗਾ, ਗੁਰੂ ਦੀ ਮੱਤ ਉੱਤੇ ਹੁਣ ਇਹ ਜੀਵਨ ਤੁਰਨ ਲੱਗਾ। ਫਿਰ ਕੀ ਹੋਇਆ? ਫਿਰ ਇਹ ਸਮਝ ਪਈ, ਕਰ ਕਿਰਪਾ ਮੇਲਾਇਨ, ਪ੍ਰਮਾਤਮਾ ਨੇ ਮਿਹਰ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਮੈਨੂੰ ਆਪਣੇ ਉਪਦੇਸ਼ਾਂ ਨਾਲ, ਆਪਣੇ ਗੁਣਾਂ ਦੇ ਨਾਲ ਜੋੜ ਲਿਆ। ਹਰ ਨਾਮ ਵਸਿਆ ਮਨ ਆਏ, ਤੇ ਉਹਦੀ ਕਿਰਪਾ ਦੇ ਨਾਲ ਸਦਾ ਵਾਸਤੇ ਮੇਰੇ ਮਨ ਦੇ ਵਿੱਚ ਉਹਦਾ ਹੁਕਮ ਸਮਾ ਗਿਆ। ਹੁਣ ਇਹ ਗੱਲ ਅੰਦਰ ਬਾਹਰ ਪੂਰੇ ਤਰੀਕੇ ਨਾਲ ਘਰ ਘਰ ਗਈ ਹੈ ਕਿ ਮੈਂ ਵਾਹਿਗੁਰੂ ਦੇ ਹੁਕਮ ਤੇ ਤੁਰਨਾ ਹੈ, ਆਪਣੀ ਮੱਤ ਨਹੀਂ ਚਲਾਉਣੀ, ਉਹਦੀ ਰਜ਼ਾ ਤੇ ਭਾਣੇ ਵਿੱਚ ਤੁਰਨਾ ਹੈ। ਜੋ ਉਹ ਦੇ ਰਿਹਾ ਹੈ ਮੇਰੇ ਵਾਸਤੇ ਬਹੁਤ ਵਧੀਆ ਦੇ ਰਿਹਾ ਹੈ। ਹੁਣ ਆਪਣੀਆਂ ਵਿਚਾਰਾਂ ਦੀਆਂ ਦੌੜਾਂ, ਦੇਖੋ ਮਿਹਨਤ ਇਹ ਨਹੀਂ, ਗੁਰੂ ਸਾਹਿਬ ਇੱਥੇ ਧਿਆਨ ਦੇਣਾ, ਮੈਂ ਤੇ ਗੱਲ ਕਲੀਅਰ ਕਰਨੀ ਚਾਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਇੱਥੇ ਗੁਰੂ ਜੀ ਕਹਿ ਰਹੇ ਕਿ ਤੂੰ ਉਦਮ ਕਰਨਾ ਛੱਡ ਦੇ। ਉਦਮ ਅਸੀਂ ਕਰਨਾ ਹੈ, ਪਰ ਉਦਮ ਸੱਚ ਦੇ ਰਸਤੇ ਵੱਲ ਕਰਨਾ ਹੈ। ਅਸੀਂ ਉਹ ਕਮਾਈ ਨਹੀਂ ਕਰਨੀ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਅਸੀਂ ਇਹੋ ਜਿਹਾ ਧੰਦਾ ਨਹੀਂ ਕਰਨਾ। ਹੁਣ ਸਮੈਕ ਭੁੱਕੀ ਦਾ ਧੰਦਾ ਕਰਨ ਵਾਲੇ ਜਿਹੜੇ ਮਨੁੱਖ ਨੇ ਨਾ, ਤੇ ਕਿਤੇ ਉਹਨਾਂ ਦੇ ਨੇੜੇ ਜਾ ਕੇ ਦੇਖਿਓ, ਕਈਆਂ ਨੇ ਤੇ ਅੰਮ੍ਰਿਤ ਤੱਕ ਛਕੇ ਹੋਏ ਨੇ ਤੇ ਉਹਨਾਂ ਦੇ ਵਪਾਰ ਇਹ ਨੇ। ਅਸੀਂ ਹੱਥ ਨਹੀਂ ਜੇ ਲਾਉਂਦੇ। ਹੁਣ ਦੁਕਾਨ ਤੇ ਬਹਿਣ ਵਾਲੇ ਜਿਹੜੇ ਰੋਜ਼ ਗਾਹਕਾਂ ਦਾ ਗਲਾ ਕੱਟ ਰਹੇ ਨੇ, ਕਿ ਉਹਨਾਂ ਨੂੰ ਪੁੱਛ ਕੇ ਵੇਖੋ, ਆ ਦੁਕਾਨਦਾਰੀ ਹੈ ਜੀ, ਬਿਜ਼ਨਸ ਆ, ਕਰੀਏ ਕੀ? ਹੁਣ ਗੁਰੂ ਦਾ ਸਿੱਖ ਇਹੋ ਜਿਹਾ ਕੰਮ ਨਹੀਂ ਕਰਦਾ, ਜੋ ਮੈਡੀਕਲ ਸਟੋਰਾਂ ਦੇ ਉੱਪਰ ਟੀਕੇ ਰੱਖ ਕੇ ਨਹੀਂ ਵੇਚਦਾ, ਨਸ਼ੇ ਨਹੀਂ ਵੇਚਦਾ, ਉਹ ਸ਼ਰਾਬ ਦੀਆਂ ਦਾਰੂਆਂ ਦੀਆਂ ਬੋਤਲਾਂ ਨਹੀਂ ਵੇਚਦਾ। ਉਹ ਸੱਚ ਦੇ ਰਸਤੇ ਤੇ ਤੁਰਦਾ ਹੈ, ਗੁਰੂ ਦੇ ਦੱਸੇ ਰਸਤੇ ਨੂੰ ਅਪਣਾਉਂਦਾ ਹੈ। ਤੇ ਉਹਨੂੰ ਸਮਝ ਪੈ ਜਾਂਦੀ ਹੈ, ਹੇ ਪਰਿਪੂਰਨ ਪ੍ਰਮਾਤਮਾ ਜੀ, ਤੁਸੀਂ ਮੇਰੇ ਮਨ ਵਿੱਚ ਆ ਵਸੇ ਹੋ, ਇਹ ਤੁਹਾਡੀ ਕਿਰਪਾ ਬਣੀ ਹੈ। ਪ੍ਰਮਾਤਮਾ ਦੀ ਮਿਹਰ ਕਰਕੇ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਜੀ ਆਪਣੇ ਚਰਨਾਂ 'ਚ ਜੋੜ ਲੈਂਦੇ ਹਨ, ਉਹਨਾਂ ਦੇ ਮਨ ਵਿੱਚ ਫਿਰ ਸਦਾ ਵਾਸਤੇ ਪ੍ਰਮਾਤਮਾ ਦਾ ਗਿਆਨ ਘਰ ਘਰ ਜਾਂਦਾ ਹੈ। ਅਗਲੀਆਂ ਪੰਕਤੀਆਂ, ਪੋਤੈ ਜਿਨ ਕੈ ਪੁੰਨ ਹੈ, ਤਿਨ ਸਤ ਸੰਗਤ ਮੇਲਾਏ,
ਪੋਤੇ ਦਾ ਅਰਥ ਹੈ ਖਜ਼ਾਨੇ। ਆਪਾਂ ਕਹਿੰਦੇ ਨਾ ਮੇਰਾ ਪੋਤਰਾ, ਪੋਤਾ। ਪੋਤਾ ਇਹ ਸੰਸਾਰੀ ਲਫ਼ਜ਼ ਆ, ਪਰ ਧਾਰਮਿਕ ਸ਼ਬਦ ਵਿੱਚ ਜਿਹੜਾ ਪੋਤਾ ਸ਼ਬਦ ਆਉਂਦਾ ਇਹਦਾ ਮਤਲਬ ਹੈ ਖਜ਼ਾਨਾ, ਟ੍ਰੇਜ਼ਰ। ਪੋਤਾ ਜਿਨ ਕੈ ਪੁੰਨ ਹੈ। ਪੁੰਨ ਦਾ ਅਰਥ ਹੈ ਨੇਕੀ, ਦਾਨ ਪੁੰਨ ਵਾਲਾ ਪੁੰਨ ਨਹੀਂ। ਪੁੰਨ ਦਾ ਅਰਥ ਹੈ ਨੇਕੀ, ਨੇਕੀ ਦੇ ਕੰਮ ਚੰਗੇ ਕਰਨੇ, ਨੇਕ ਜੀਵਨ, ਨੇਕ ਜ਼ਿੰਦਗੀ, ਨੇਕ ਖਿਆਲ, ਨੇਕ ਸੁਭਾਅ। ਸਭ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਦੇ ਗੁਣਾਂ ਨੂੰ ਸਮਾ ਲਿਆ, ਉਹਨਾਂ ਦੇ ਅੰਦਰ ਸੱਚ ਦਾ ਜੀਵਨ ਜਿਉਣ ਦੀ ਤੜਫ ਪੈਦਾ ਹੋ ਗਈ। ਉਹ ਨੇਕ ਸੁਭਾਅ ਦੇ ਧਾਰਨੀ ਹੋ ਗਏ ਤੇ ਉਹਨਾਂ ਨੂੰ ਕਦੀ ਨਾ ਮੁੱਕਣ ਵਾਲੀ, ਕਦੀ ਨਾ ਦੂਰ ਹੋਣ ਵਾਲੀ ਗੁਰੂ ਦੀ ਸੰਗਤ ਮਿਲ ਗਈ। ਹੁਣ ਉਹ ਰੋਜ਼ਾਨਾ ਗੁਰੂ ਦੀ ਸੰਗਤ ਵਿੱਚ ਜੁੜਦੇ ਹਨ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਨ, ਗੁਰੂ ਦੇ ਸ਼ਬਦ ਦੇ ਸਿਧਾਂਤ ਨੂੰ ਜੀਵਨ ਵਿੱਚ ਫਾਲੋ ਕਰਦੇ ਹਨ ਤੇ ਸਾਰੀ ਮਾਨਵਤਾ ਦੇ ਵਿੱਚ ਸੱਚੇ ਪ੍ਰਮਾਤਮਾ ਨੂੰ ਵੇਖ ਕੇ ਨੇਕੀ ਦੇ ਰਾਹ ਤੇ ਤੁਰਦੇ ਹਨ, ਨੇਕ ਕੰਮ ਕਰਦੇ ਹਨ, ਮਾੜਾ ਕੰਮ ਨਹੀਂ ਕਰਦੇ। ਚੇਤਾ ਰੱਖਿਓ, ਮਾੜਾ ਕੰਮ ਕੀਤਾ ਨਹੀਂ, ਸਾਡਾ ਬੀਜ ਮਾੜਾ ਅਸੀਂ ਮਾੜਾ ਬੀਜ ਬੀਜਿਆ ਨਹੀਂ। ਜੇ ਅਸੀਂ ਕੰਮ ਚੰਗੇ ਕਰਾਂਗੇ, ਪ੍ਰੈਜ਼ੈਂਟ ਦੇ ਵਿੱਚ ਚੰਗਾ ਜੀਵਨ ਜੀਵਾਂਗੇ, ਫਿਊਚਰ ਆਪਣੇ ਆਪ ਬ੍ਰਾਈਟ ਹੁੰਦਾ ਜਾਵੇਗਾ। ਅੱਜ ਮੈਂ ਪੜ੍ਹਾ ਨਾ, ਅੱਜ ਮੇਰਾ ਸਕੂਲੀ ਜੀਵਨ ਹੈ ਤੇ ਮੈਂ ਪੜ੍ਹਾਂ ਕੋਈ ਨਾ, ਪੜ੍ਹਾਈ ਕਰਾਂ ਕੋਈ ਨਾ, ਤੇ ਆਖਾਂ ਜਦੋਂ ਪੇਪਰ ਆਉਣ ਤੇ ਮੈਂ ਫਿਊਚਰ ਦੇ ਵਿੱਚ ਪਾਸ ਹੋ ਜਾਵਾਂ। ਜੇ ਮੈਂ ਫਿਊਚਰ ਦੇ ਵਿੱਚ ਪਾਸ ਹੋਣਾ, ਮੈਨੂੰ ਅੱਜ ਤਿਆਰੀ ਕਰਨੀ ਪਊਗੀ। ਜੇ ਮੈਂ ਚਾਹੁੰਦਾ ਮੇਰਾ ਆਉਣ ਵਾਲਾ ਸਮਾਂ ਬੜਾ ਵਧੀਆ ਹੋਵੇ ਤੇ ਮੈਨੂੰ ਅੱਜ ਆਪਣਾ ਜੀਵਨ ਚੰਗੇ ਕੰਮਾਂ ਵੱਲ ਤੋਰਨਾ ਪਊਗਾ। ਚੰਗੀ ਕੰਮਾਂ ਦੀ ਮੈਨੂੰ ਖੇਤੀ ਕਰਨੀ ਪਊਗੀ, ਚੰਗਾ ਬੀਜ ਬੀਜਣਾ ਪਊਗਾ, ਫਿਰ ਮੇਰੇ ਪੁੰਨ, ਮੇਰੇ ਖਜ਼ਾਨੇ ਵਿੱਚ ਸੱਚ ਆਵੇਗਾ। ਪੋਤਾ ਜਿਨ ਕੈ ਪੁੰਨ ਹੈ। ਜਿਨ੍ਹਾਂ ਦੇ ਖਜ਼ਾਨੇ ਵਿੱਚ ਸੱਚ ਤੇ ਨੇਕੀ ਟਿਕ ਜਾਂਦੀ ਆ ਨਾ, ਉਹ ਮਨੁੱਖ ਸਦਾ ਵਾਸਤੇ ਗੁਰੂ ਦੀ ਸੰਗਤ ਵਿੱਚ ਮਿਲ ਜਾਂਦੇ ਹਨ। ਉਹ ਧੰਨ ਗੁਰਬਾਣੀ, ਗੁਰੂ ਸ਼ਬਦ ਦੀ ਸੰਗਤ ਕਰਦੇ ਹਨ ਤੇ ਆਪਣੇ ਜੀਵਨ ਵਿੱਚ ਬਾਰ-ਬਾਰ ਗੁਰੂ ਸ਼ਬਦ ਨੂੰ ਵਿਚਾਰ ਕੇ ਆਪਣੇ ਜੀਵਨ ਨੂੰ ਸੱਚ ਦੀ ਕਸਵੱਟੀ ਤੇ ਤੋਰਦੇ ਹਨ। ਭਾਈ ਰੇ ਗੁਰਮਤਿ ਸਾਚ ਰਹਾਓ। ਫਿਰ ਹੇ ਮੇਰੇ ਵੀਰ, ਗੁਰੂ ਦੀ ਮੱਤ ਤੇ ਤੁਰ, ਕਿਉਂਕਿ ਗੁਰੂ ਦੀ ਮੱਤ ਉੱਤੇ ਤੁਰਿਆ ਹੀ ਇਹ ਮਨ ਸਦਾ ਵਾਸਤੇ ਪ੍ਰਮਾਤਮਾ ਦੇ ਨਾਲ ਜੁੜ ਸਕਦਾ ਹੈ। ਸੱਚੋ ਸਾਚ ਕਮਾਵਣਾ, ਸਾਚੇ ਸ਼ਬਦ ਮਿਲਾਓ। ਜੇ ਤੂੰ ਸਦਾ ਵਾਸਤੇ ਸੱਚੀ ਕਰਮਾਂ ਦੀ ਕਮਾਈ ਕਰਨਾ ਚਾਹੁੰਦਾ, ਫਿਰ ਸਦਾ ਵਾਸਤੇ ਸੱਚੇ ਗੁਰੂ ਸ਼ਬਦ ਦੇ ਨਾਲ ਮਿਲਾਪ ਕਰ, ਕਿਉਂਕਿ ਗੁਰੂ ਸ਼ਬਦ ਦੇ ਵਿੱਚੋਂ ਹੀ ਇਹ ਉਪਦੇਸ਼ ਮਿਲਣੇ ਨੇ ਕਿ ਤੂੰ ਕਿਹੋ ਜਿਹਾ ਜੀਵਨ ਜੀਵੇਂ ਕਿ ਜਿਹਦੇ ਨਾਲ ਸੱਚਾ ਪ੍ਰਮਾਤਮਾ ਤੇਰੇ ਅੰਗ ਸੰਗ ਵਸਦਾ, ਤੇਰੇ ਹਾਜ਼ਰ ਨਾਜ਼ਰ ਵਸਦਾ ਤੈਨੂੰ ਨਜ਼ਰ ਆਉਣ ਲੱਗ ਪਵੇ। ਰਹਾਓ। ਅਗਲਾ ਬੰਦ ਹੈ, ਜਿਨੀ ਨਾਮ ਪਛਾਣਿਆ ਤਿੰਨ ਵਿਟੋਂ ਬਲ ਜਾਉ। ਸਭ ਕਹਿੰਦੇ ਮੈਂ ਉਹਨਾਂ ਗੁਰੂ ਦੀਆਂ ਸਿੱਖਾਂ ਤੋਂ, ਉਹਨਾਂ ਗੁਰੂ ਦੇ ਪਿਆਰਿਆਂ ਤੋਂ, ਉਹਨਾਂ ਗੁਰੂ ਦਿਆਂ ਵੀਰਾਂ ਤੋਂ ਜਿਨ੍ਹਾਂ ਨੇ ਸਤਿਗੁਰ ਦੀ ਮੱਤ ਤੇ ਆਪਣਾ ਜੀਵਨ ਤੋਰ ਲਿਆ ਹੈ, ਉਹ ਬੱਚੀਆਂ, ਉਹ ਬੱਚੇ ਜਿਹੜੇ ਗੁਰੂ ਦੀ ਦਸੀ ਕਸਵੱਟੀ ਤੇ ਤੁਰਨ ਲੱਗ ਪਏ ਹਨ, ਗੁਰੂ ਜੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਢਾਲ ਲਿਆ ਹੈ, ਜਿਨ੍ਹਾਂ ਨੇ ਸੱਚ ਦੀ ਪਹਿਚਾਣ ਕਰ ਲਈ ਹੈ, ਜਿਨੀ ਨਾਮ ਪਛਾਣਿਆ, ਜਿਨ੍ਹਾਂ ਨੇ ਸੱਚ ਦੀ ਪਹਿਚਾਣ ਕਰ ਲਈ ਹੈ, ਤਿੰਨ ਵਿਟੋਂ ਬਲ ਜਾਓ। ਮੈਂ ਉਹਨਾਂ ਤੋਂ ਸਦਕੇ ਜਾਨਾ, ਕੁਰਬਾਨ ਜਾਨਾ, ਬਲਿਹਾਰ ਜਾਨਾ। ਆਪ ਛੋੜ ਚਰਨੀ ਲਗਾ, ਚੱਲਾਂ ਤਿੰਨ ਕੈ ਭਾਏ। ਹੇ ਪਰਿਪੂਰਨ ਪ੍ਰਮਾਤਮਾ ਜੀ, ਆਪ ਛੋੜ, ਮੇਰੇ ਆਪਣੇ ਵਿੱਚੋਂ ਮੈਂ ਅਹੰਕਾਰ ਨੂੰ ਖਤਮ ਕਰ ਦੇਵਾਂ। ਜਿਹੜੀ ਮੈਂ ਹੈ ਨਾ, ਇਹ ਮਨੁੱਖ ਨੂੰ ਉਪਦੇਸ਼ ਗ੍ਰਹਿਣ ਨਹੀਂ ਕਰਨ ਦਿੰਦੀ। ਜਦੋਂ ਅਸੀਂ ਕਿਸੇ ਕੋਲੋਂ ਕੋਈ ਚੀਜ਼ ਸਿੱਖਣੀ ਆ ਨਾ, ਆਪਣਾ ਆਪਾ ਸਮਰਪਣ ਕਰਨਾ ਪੈਂਦਾ ਹੈ, ਫਿਰ ਸਿੱਖਿਆ ਜਾਂਦਾ ਹੈ। ਸਤਿਗੁਰ ਨੇ ਬੜੀ ਸੋਚ ਸਮਝ ਕੇ ਨਾਮ ਸਿੱਖ ਦਿੱਤਾ ਸਾਨੂੰ। ਸਿੱਖ ਦਾ ਅਰਥ ਕੀ ਹੈ? ਸਮਰਪਣ। ਹਰ ਵਕਤ ਸਿੱਖਣਾ ਹੀ ਸਿੱਖਣਾ ਹੈ। ਹੁਣ ਜਦੋਂ ਕੋਈ ਸਟੂਡੈਂਟ ਹੁੰਦਾ ਹੈ, ਉਹਦੇ ਜੀਵਨ ਵਿੱਚ ਜੇ ਇਹ ਹੰਕਾਰ ਆ ਜੇ ਮੈਨੂੰ ਟੀਚਰ ਨਾਲੋਂ ਜ਼ਿਆਦਾ ਆਉਂਦਾ ਹੈ, ਉਹ ਕਦੀ ਵੀ ਜੀਵਨ ਵਿੱਚ ਪ੍ਰਾਪਤੀ ਨਹੀਂ ਕਰ ਸਕਦਾ। ਅਸੀਂ ਸਾਰੀ ਉਮਰ ਜੇ ਸਿੱਖਿਆਰਥੀ ਬਣ ਕੇ ਗੁਰੂ ਕੋਲੋਂ ਸਿੱਖਣ ਲੱਗ ਪਵਾਂਗੇ ਤੇ ਬਹੁਤ ਕੁਝ ਸਿੱਖਦੇ ਜਾਵਾਂਗੇ, ਸਿੱਖਦੇ ਜਾਵਾਂਗੇ, ਸਿੱਖਦੇ ਜਾਵਾਂਗੇ। ਪਰ ਜੇ ਇਹ ਕਹਿ ਦੇਵਾਂਗੇ ਮੈਨੂੰ ਬਹੁਤ ਆਉਂਦਾ, ਫਿਰ ਨਹੀਂ ਅਸੀਂ ਕੁਝ ਪ੍ਰਾਪਤ ਕਰ ਸਕਦੇ। ਸਭ ਕਹਿੰਦੇ ਆਪ ਛੋੜ ਚਰਨੀ ਲੱਗਾ।
बड़ा ही औखा जे। ये हौमे आ ना जिहड़ी नाल चिंबड़ी, ये छड्डण ही नहीं दिंदी। ये तो ਡੀਕਦੀ है मैं गुरुद्वारे गया, मैनू सलाम क्यों नहीं किसी ने कीती, मेरे अगे कोई झुकिया क्यों नहीं, मैं इन्ना अमीर इन्ना जायदाद वाला, मैं गुरुद्वारे का फलाना मैंबर, ये बंदे ने मेरे अगे सलाम क्यों नहीं कीती, अब मैनू सजदा क्यों नहीं किया। हुण जीवन विच ते ये कुछ समोया होया है। हर मनुख अपने तो नीवें तो सलाम चाहुंदा है, अपने तो वड्डे नूं आप सलाम करदा है, ते ये भुख रखदा है मेरे तो छोटा मैनू सलाम करे। जद गुरमत नहीं सिखाउंदी, गुरमत ते कहंदी है सारियां तो नीवा बन के रह, प्रेम दे विच रह, आप छोड़ चरनी लगा, अपना आपा ते भाव त्याग के, हंकार त्याग के मैं सदा वास्ते गुरु शब्द, गुरु दे ज्ञान दे, गुरु दी मत नूं जीवन विच वसावां ते गुरबाणी गुरु शब्द धन गुरु ग्रंथ साहिब जी दे चरनी लग जावां। हुण गुरु ग्रंथ साहिब जी दे चरनी कहण तो भाव सतगुर दे पीढ़ियां दे पावे नहीं, गुरु दे चरण किहड़े ने। हुण बार बार शब्द आउंदा हिरदै चरण शब्द सतगुरु को नानक बांधिओ पाल, गुरु दे चरण गुरु दे शब्द ने। देहधारियां दे पैर ना लभण तुर पिओ, गुरु दे चरण गुरु दे शब्द ने जिहड़े जीवन च वसाउणे ने। ते चरनां दी धूड़ किहड़ी है, जिहड़े गुरु शब्द विचों निकलिया ज्ञान, उन्होंने अपनी मत ते मत्थे ते मत दे विच प्रकाश करना है, ताकि ये मत सच दे रस्ते ते तुरन लग पवे। आप छोड़ चरनी लगा चलना तिन कै भाए, मैं अपने आप विचों अहंकार खत्म करके गुरु दी मत ते तुरां, ताकि मैं अपने निरंकार परमात्मा नूं भा जावां, उहदे प्रेम दे विच मैं समो जावां। लाहा हर हर नाम मिलै सहजे नाम समाए, फिर मैनू प्राप्ति की होवेगी। ਜਿਹੜਾ ਮਨੁੱਖ परिपूर्ण परमात्मा ਦੇ ਚਰਨਾਂ ਦੇ ਵਿੱਚ ਉਹਦੇ ਗੁਣਾਂ ਦੇ ਵਿੱਚ ਟਿਕ ਜਾਂਦਾ ਹੈ, ਗੁਰੂ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਸਾਉਂਦਾ ਹੈ, ਗੁਰੂ ਦੇ ਗਿਆਨ ਦੇ ਮੁਤਾਬਕ ਜੀਵਨ ਨੂੰ ਤੋਰਦਾ ਹੈ, ਉਹਦੇ ਅੰਦਰ ਕੀ ਆਉਂਦਾ ਹੈ? ਸਹਿਜੇ ਨਾਮ ਸਮਾਏ। ਉਹ ਆਤਮਿਕ ਅਡੋਲਤਾ ਤੇ ਚੜ੍ਹਦੀ ਕਲਾ ਦੇ ਵਿੱਚ ਟਿਕ ਜਾਂਦਾ ਹੈ, ਉਹਦੇ ਅੰਦਰ ਫਿਰ ਢਹਿੰਦੀ ਕਲਾ ਨਹੀਂ ਆਉਂਦੀ। ਆ ਮਨੁੱਖ ਸੁਸਾਇਡਾਂ ਪਤਾ ਕਿਉਂ ਕਰਦੇ ਆ? ਜਦੋਂ ਮਨੁੱਖ ਦੇ ਅੰਦਰ ਜਿਉਣ ਦੀ ਚਾਹ ਮੁੱਕ ਜਾਂਦੀ ਹੈ। ਸਤਿਗੁਰੂ ਕਹਿੰਦੇ ਮੈਂ ਚਾਹੁੰਦਾ ਤੂੰ ਦੁਨੀਆ ਵਿੱਚ ਜੀਵੇਂ, ਪਰ ਕਿਵੇਂ ਜੀਵੇਂ? ਚੜ੍ਹਦੀ ਕਲਾ ਦੇ ਨਾਲ। ਹਮੇਸ਼ਾ ਤੇਰੇ ਅੰਦਰ ਪੋਜ਼ਿਟਿਵ ਵੇਵਸ ਚਾਹੀਦੀਆਂ ਨੇ। ਨਿਤਨੇਮ ਕੀ ਹੈ? ਕਿਉਂ ਬਾਰ-ਬਾਰ ਆਪਾਂ ਸਵੇਰੇ ਜੇ ਆਪਾਂ 15-20 ਮਿੰਟ ਗੁਰੂ ਸ਼ਬਦ ਦਾ ਪਾਠ ਕਰਦੇ ਹਾਂ, ਉਹਨੂੰ ਵਿਚਾਰ ਕੇ ਪੜ੍ਹਦੇ ਹਾਂ, ਇਹ ਨਿਤਨੇਮ ਹੈ। ਇਹਨੂੰ ਜੀਵਨ 'ਚ ਫੋਲੋ ਕਰਨਾ ਹੈ, ਤਾਂ ਕਿ ਜੇ ਕਿਤੇ ਸੰਸਾਰੀ ਉਤਾਰ ਚੜਾਵ ਦੇ ਵਿੱਚ ਮੇਰਾ ਮਨ ਕਿਤੇ ਨੈਗੇਟਿਵ ਸੋਚਣ ਵੀ ਲੱਗੇ, ਤੁਰੰਤ ਗੁਰੂ ਸ਼ਬਦ ਮੇਰੇ ਜੀਵਨ ਦੇ ਵਿੱਚ ਪ੍ਰਗਾਸ਼ ਹੋ ਜਾਵੇ ਤੇ ਮੈਂ ਚੜ੍ਹਦੀ ਕਲਾ 'ਚ ਆ ਜਾਵਾਂ। ਨਹੀਂ ਪ੍ਰਮਾਤਮਾ ਜੀ, ਮੈਂ ਤੇ ਰੋਜ਼ ਪੜ੍ਹਦਾ, ਤੇਰਾ ਹੁਕਮ ਹੈ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਤੇ ਆਈ। ਜੇ ਸੁੱਖ ਵੇਲੇ ਮੈਂ ਤੇਰਾ ਚਿੰਤਨ ਕਰਦਾ ਸੀ ਨਾ, ਇਹ ਦੁੱਖ ਵੇਲੇ ਵੀ ਮੈਂ ਤੇਰੇ ਕੋਲ ਤੇਰੇ ਅੱਗੇ ਹੀ ਚਿੰਤਨ ਕਰਨਾ ਹੈ। ਫਿਰ ਮਨੁੱਖ ਕਦੀ ਢਹਿੰਦੀ ਕਲਾ 'ਚ ਨਹੀਂ ਜਾਵੇਗਾ, ਉਹਦੇ ਅੰਦਰ ਆਤਮਿਕ ਅਡੋਲਤਾ ਤੇ ਚੜ੍ਹਦੀ ਕਲਾ ਬਣ ਜਾਵੇਗੀ। ਲਾਹਾ ਹਰ ਹਰ ਨਾਮ ਮਿਲੇ। ਫਿਰ ਲਾਹਾ ਕੀ ਮਿਲੇਗਾ? ਪ੍ਰੋਫਿਟ ਕੀ ਹੋਵੇਗਾ? ਤੈਨੂੰ ਸਦਾ ਰਹਿਣ ਵਾਲੇ ਪਰਮਾਤਮਾ ਦਾ ਗਿਆਨ ਤੇਰੇ ਹਿੱਤ ਚਿੱਤ ਵਿੱਚ ਸਮਾ ਜਾਵੇਗਾ। ਸਹਿਜੇ ਨਾਮ ਸਮਾਏ। ਤੂੰ ਸੁੱਤੇ ਚਿੱਤ ਚੜ੍ਹਦੀ ਕਲਾ ਤੇ ਆਤਮਿਕ ਅਵਸਥਾ ਦੀਆਂ ਬੁਲੰਦੀਆਂ ਤੇ ਪਹੁੰਚ ਜਾਵੇਂਗਾ, ਤੇ ਪਰਿਪੂਰਨ ਪਰਮਾਤਮਾ ਦੇ ਨਾਲ ਤੇਰੇ ਜੀਵਨ ਦੀ ਸਾਂਝ ਬਣ ਜਾਵੇਗੀ, ਤੇ ਸਦਾ ਵਾਸਤੇ ਲਾਭ ਹਾਸਲ ਹੋਣ ਵਾਲਾ ਪਰਮਾਤਮਾ ਦਾ ਗਿਆਨ ਤੇਰੇ ਅੰਦਰ ਟਿਕ ਜਾਵੇਗਾ। ਹੁਣ ਅਗਲਾ ਬੰਦ ਹੈ ਤੀਸਰਾ, ਬਿਨ ਗੁਰ ਮਹਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ। ਹੁਣ ਸਾਹਿਬ ਕਹਿੰਦੇ ਇਹ ਚੇਤਾ ਰੱਖੀ, ਜੇ ਤੂੰ ਇਹ ਕਵੇਂ ਨਾ ਵੀ ਮੈਂ ਆਪਣੀ ਮਰਜ਼ੀ ਨਾਲ ਕੀਤਾ, ਆ ਮੈਂ ਪ੍ਰਾਪਤ ਕੀਤਾ ਹੈ ਗੁਰੂ ਦਾ ਗਿਆਨ, ਮੈਂ ਰੋਜ਼ ਬਾਣੀ ਪੜ੍ਹਦਾ, ਮੈਂ ਰੋਜ਼ ਵਿਚਾਰ ਕਰਦਾ, ਜਿਹੜੀ ਏਡੀ ਵੱਡੀ ਮੈਂ ਲਾਉਣਾ ਨਾ, ਇਹ ਛੱਡ ਦੇ। ਇਹ ਚੇਤਾ ਰੱਖੀ, ਬਿਨ ਗੁਰੂ ਮੈਲ ਨਾ ਪਾਈਐ। ਜਦ ਤੱਕ ਤੂੰ ਗੁਰੂ ਸ਼ਬਦ ਨੂੰ ਜੀਵਨ 'ਚ ਨਹੀਂ ਵਸਾਉਂਦਾ, ਗੁਰੂ ਦੀ ਮੱਤ ਗੁਰੂ ਦੇ ਗਿਆਨ ਉੱਤੇ ਆਪਣਾ ਜੀਵਨ ਪ੍ਰੈਕਟੀਕਲੀ ਨਹੀਂ ਤੋਰਦਾ। ਵੇਖੋ, ਬਾਣੀ ਪੜ੍ਹ ਲੈਣੀ, ਸੁਣ ਲੈਣੀ, ਇਹ ਇੱਕ ਸਬਜੈਕਟ ਹੈ। ਬਾਣੀ ਪੜ੍ਹ ਲੈਣੀ, ਸੁਣ ਲੈਣੀ, ਇਹ ਇੱਕ ਕਦਮ ਆ ਸਾਡਾ।
ਪਰ ਉਹ ਤੋਂ ਅੱਗੇ ਆ। ਕੋਈ ਮਨੁੱਖ ਇੱਥੇ ਹੀ ਆ ਕੇ ਖੜ ਜਾਵੇ, ਜੇ ਮੈਂ ਰੋਜ਼ ਬਾਣੀ ਪੜ੍ਹਦਾ ਵੀ ਹਾਂ, ਸੁਣਦਾ ਵੀ ਹਾਂ, ਵਿਚਾਰਦਾ ਵੀ ਹਾਂ, ਆਹ ਤਿੰਨ ਚੀਜ਼ਾਂ ਤੇ ਮੇਰਾ ਜੀਵਨ ਆ ਕੇ ਖੜ ਗਿਆ। ਮੈਂ ਪੜ੍ਹ ਵੀ ਰਿਹਾ, ਸੁਣ ਵੀ ਰਿਹਾ, ਵਿਚਾਰ ਰਿਹਾ। ਹੁਣ ਆਪਣੇ ਮਨ ਨੂੰ ਅਗਲੀ ਗੱਲ ਪੁੱਛ ਕੇ ਵੇਖੋ ਕਿ ਪੜ੍ਹ ਸੁਣ ਕੇ ਵਿਚਾਰ ਕੇ ਹੰਕਾਰ ਦੂਰ ਹੋਇਆ ਹੈ? ਕਿ ਜੀਵਨ ਦੇ ਵਿੱਚ ਕਿਸੇ ਨੂੰ ਮਾਫ ਕਰਨ ਦੀ ਜਿਹੜੀ ਹੈ ਉਹ ਸ਼ਕਤੀ ਪੈਦਾ ਹੋਈ ਹੈ? ਕਿ ਜੀਵਨ ਦੇ ਵਿੱਚ ਇਹ ਗੁਣ ਆਏ ਨੇ ਕਿ ਦੂਸਰੇ ਦੇ ਨਾਲ ਈਰਖਾ ਨਫ਼ਰਤ ਨਹੀਂ ਕਰਨੀ? ਕਿ ਮਨ ਵਿੱਚੋਂ ਈਰਖਾ ਘਟੀ ਹੈ? ਜੇ ਨਹੀਂ ਨਾ ਘਟੀ, ਫਿਰ ਇਹਦਾ ਮਤਲਬ ਗਾਵਿਆ, ਸੁਣਿਆ, ਵਿਚਾਰਿਆ, ਇਹ ਤੋਂ ਅਗਲਾ ਕਦਮ ਇੱਕ ਹਜੇ ਪਿਆ ਵਾ, ਜਿਹੜਾ ਕਰਨਾ ਬੜਾ ਜ਼ਰੂਰੀ ਸੀ, ਉਹ ਅਸੀਂ ਕੀਤਾ ਨਹੀਂ। ਉਹ ਸੀ ਕਰਮ ਉਹਦੇ ਮੁਤਾਬਕ ਕਰਨਾ। ਜੋ ਗਾਵਿਆ, ਸੁਣਿਆ, ਜੋ ਵਿਚਾਰਿਆ ਸੀ, ਉਹਨੂੰ ਪ੍ਰੈਕਟੀਕਲੀ ਪ੍ਰੈਕਟਿਸ ਵੀ ਕਰਨਾ, ਐਕਸਪੈਰੀਮੈਂਟ ਕਰਨਾ ਆਪਣੀ ਲਾਈਫ 'ਚ, ਤਾਂ ਕਿ ਅਸੀਂ ਉਹਦੇ ਮੁਤਾਬਕ ਜੀਵਨ ਢਾਲੀਏ। ਇਹ ਦਿਮਾਗ ਐਡਾ ਬੇਵਕੂਫ ਆ ਨਾ, ਐਡਾ ਹਰਾਮੀ ਆ, ਮੈਂ ਸ਼ਬਦ ਵਰਤੂੰਗਾ, ਇਹ ਝੱਟ ਆਪਣੀ ਸ਼ੈਤਾਨੀ ਕਰ ਜਾਂਦਾ ਹੈ। ਸਾਨੂੰ ਜਦੋਂ ਕ੍ਰੋਧ ਚੜ੍ਹਦਾ ਨਾ, ਅਸੀਂ ਭਾਵੇਂ ਕਿੰਨੇ ਗੁਰਸਿੱਖੀ ਦਾ ਦਾਅਵਾ ਕਰਦੇ ਹੋਈਏ, ਫਿਰ ਅਸੀਂ ਬੋਲਣ ਲੱਗਿਆਂ ਤੇ ਬਿਲਕੁਲ ਹੀ ਨਹੀਂ ਕੁਝ ਵਹਿੰਦੇ। ਪਰ ਚੇਤਾ ਰੱਖਣਾ, ਉਦੋਂ ਗੁਰੂ ਸ਼ਬਦ ਚੇਤੇ ਆਉਣਾ ਚਾਹੀਦਾ। ਜੇ ਨਹੀਂ ਚੇਤੇ ਆ ਰਿਹਾ, ਫਿਰ ਨਹੀਂ ਕੋਈ ਫਰਕ। ਫਿਰ ਅਸੀਂ ਉੱਤੇ ਹੀ ਖਲੋਤੇ ਹਾਂ। ਐਂਟੀ ਵਾਇਰਸ ਹੀ ਨਹੀਂ ਜੇ ਇੰਸਟਾਲ ਕੀਤਾ, ਵਾਇਰਸ ਆ ਰਿਹਾ ਅੰਦਰ ਬੁਰੀਆਂ ਵਿਚਾਰਾਂ ਦਾ, ਕ੍ਰੋਧ ਦਾ। ਦੂਜਾ ਮਨੁੱਖ ਮੈਨੂੰ ਕ੍ਰੋਧਿਤ ਕਰ ਰਿਹਾ ਆਪਣੀਆਂ ਹਰਕਤਾਂ ਤੋਂ। ਹੁਣ ਮੇਰੇ ਅੰਦਰ ਉਹ ਵਾਇਰਸ ਮੇਰਾ ਮਨ ਗ੍ਰਹਿਣ ਕਰ ਰਿਹਾ। ਹੁਣ ਮੇਰਾ ਜੀ ਕਰਦਾ ਮੈਂ ਉਹਨੂੰ ਰਿਐਕਟ ਕਰਾਂ। ਜਦੋਂ ਰਿਐਕਟ ਕਰਾਂਗਾ, ਜੋ ਮੈਂ ਅੰਦਰ ਪ੍ਰਾਪਤ ਕੀਤਾ ਜ਼ੀਰੋ ਹੋ ਜਾਏਗਾ, ਖਤਮ ਹੋ ਜਾਵੇਗਾ। ਵਾਇਰਸ ਮੇਰੇ ਅੰਦਰ ਆ ਗਿਆ। ਹੁਣ ਉਸ ਵਕਤ ਐਂਟੀ ਵਾਇਰਸ ਦਾ ਜਿਹੜਾ ਮੇਰੇ ਅੰਦਰ ਗੁਰੂ ਸ਼ਬਦ ਜਿਹੜਾ ਮੈਂ ਵਿਚਾਰਿਆ, ਜਿਹੜਾ ਮੈਂ ਸੁਣਿਆ, ਜੋ ਮੈਂ ਗਾਵਿਆ, ਉਹ ਇੰਸਟਾਲ ਹੋਣਾ ਚਾਹੀਦਾ ਸੀ। ਹੁਣ ਉਹ ਇੰਸਟਾਲ ਆ ਤੇ ਉਹ ਵਾਲ ਬਣ ਕੇ ਅੱਗੇ ਖੜ ਗਿਆ। ਨਹੀਂ, ਮੇਰਾ ਗੁਰੂ ਕਹਿੰਦਾ ਵੀ ਇਹ ਮਨੁੱਖ ਜਿਹੜਾ ਬੋਲ ਰਿਹਾ, ਇਹ ਇਹਦੀ ਮਰਜ਼ੀ ਹੈ, ਮੈਂ ਇਹਦੀ ਗੰਦਗੀ ਆਪਣੇ ਅੰਦਰ ਨਹੀਂ ਲੈ ਕੇ ਜਾਣੀ। ਇਹ ਗੁਰੂ ਦੀ ਕਿਰਪਾ ਦੇ ਨਾਲ। ਬਿਨ ਗੁਰ ਮੈਲ ਨਾ ਪਾਈ ਹੈ। ਬਿਨਾਂ ਗੁਰੂ ਦੇ ਗਿਆਨ ਤੋਂ, ਉਹਦੀ ਸਮਝ ਤੋਂ ਪਰਮਾਤਮਾ ਦਾ ਘਰ ਨਹੀਂ ਮਿਲ ਸਕਦਾ। ਨਾਮ ਨਾ ਪ੍ਰਾਪਤ ਹੋਏ ਤੇ ਨਾ ਹੀ ਸਦਾ ਅਟਲ ਰਹਿਣ ਵਾਲੇ ਸੱਚੇ ਪਰਮਾਤਮਾ ਦਾ ਨਾਮ, ਉਹਦਾ ਹੁਕਮ ਦੀ ਪ੍ਰਾਪਤੀ ਹੋ ਸਕਦੀ ਹੈ। ਫਿਰ ਸਾਹਿਬ ਕਹਿੰਦੇ ਐਸਾ ਸਤਿਗੁਰੂ ਲੋੜ ਲੋ। ਬੜੇ ਪਿਆਰੇ ਬਚਨ ਨੇ। ਫਿਰ ਕਹਿੰਦੇ ਐਵੇਂ ਕਰ, ਜਦ ਆਹ ਗੱਲ ਸਮਝ ਆ ਗਈ ਆ ਨਾ, ਜਿੱਦੋਂ ਪਾਈਐ ਸੱਚ ਸੋਏ, ਫਿਰ ਐਸਾ ਸਤਿਗੁਰੂ ਲੱਭ ਲਾ। ਮੈਂ ਲੱਭ ਲਿਆ। 63 ਸਾਲ ਤੱਕ ਭਟਕਦਾ ਰਿਹਾ, ਲੱਭਿਆ ਨਹੀਂ ਸੱਚਾ ਗੁਰੂ। ਅੱਜ ਲੱਭਿਆ ਧੰਨ ਗੁਰੂ ਸ਼ਬਦ ਗੁਰਬਾਣੀ। ਗੁਰੂ ਨਾਨਕ ਦੇ ਘਰ ਨੇ ਮੈਨੂੰ ਗੁਰੂ ਸ਼ਬਦ ਨਾਲ ਜੋੜ ਦਿੱਤਾ, ਗੁਰੂ ਦੇ ਗਿਆਨ ਨਾਲ ਜੋੜ ਦਿੱਤਾ। ਹੁਣ ਜੀ ਕਰਦਾ ਮੈਂ ਲੋਕਾਂ ਨੂੰ ਕਵਾਂ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ। ਕਦੋਂ? ਸੁਣੀ ਸੱਚੀ ਬਾਣੀ। ਭੁਲੇਖਾ ਨਾ ਖਾ ਜਾਵੀਂ, ਮੈਂ ਕਿਸੇ ਦੇਹ ਦੀ ਗੱਲ ਨਹੀਂ ਕਰ ਰਿਹਾ। ਇਹ ਸਭ ਕੁਝ ਮੈਨੂੰ ਮਿਲਿਆ ਗੁਰੂ ਦੀ ਸੱਚੀ ਬਾਣੀ ਨੂੰ ਜੀਵਨ 'ਚ ਵਸਾ ਕੇ। ਐਸਾ ਸਤਿਗੁਰੂ ਲੋੜ ਲਓ, ਜਿਦੋਂ ਪਾਈਐ ਸੱਚ ਸੋਏ। ਤੂੰ ਵੀ ਫਿਰ ਐਸਾ ਸੱਚਾ ਗੁਰੂ ਲੱਭ ਲਾ, ਗੁਰੂ ਸ਼ਬਦ ਨਾਲ ਜੀਵਨ ਜੋੜ ਲਾ, ਜਿਹਦੇ ਪਾਸੋਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਪਤਾ ਮਿਲ ਜਾਂਦਾ ਹੈ, ਉਹਦੇ ਨਾਲ ਜੀਵਨ ਜੁੜ ਜਾਂਦਾ ਹੈ। ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਅਸੁਰ ਸੰਘਾਰੈ, ਦੋ ਸ਼ਬਦ ਆਏ ਨੇ। ਅਸੁਰ ਦਾ, ਸੁਰ ਦਾ ਅਰਥ ਹੁੰਦਾ ਦੇਵਤਾ, ਅੱਗੇ ਐੜਾ ਲੱਗ ਗਿਆ ਅਸੁਰ। ਅਸੁਰ ਮੀਨਸ ਬੁਰਾ, ਰਾਖਸ਼, ਮੈੜਾ। ਸੰਘਾਰੈ, ਮਾਰ ਲੈਂਦਾ ਹੈ। ਭਾਵ ਕੀ ਕਰਦਾ ਹੈ? ਗੁਰੂ ਦੀ ਮੱਤ ਤੇ ਤੁਰਨ ਵਾਲਾ ਗੁਰੂ ਦਾ ਸਿੱਖ ਗੁਰੂ ਸ਼ਬਦ ਦੇ ਗਿਆਨ ਦੇ ਨਾਲ ਜਿਹੜੇ ਅੰਦਰ ਅਸੁਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੈਲੇ ਖਿਆਲ ਬੈਠੇ ਨੇ, ਸੰਘਾਰੈ, ਉਹਨਾਂ ਨੂੰ ਮੁਕਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਸੁਖ ਵਸੈ, ਫਿਰ ਉਹਦੇ ਜੀਵਨ ਵਿੱਚ ਆਤਮਿਕ ਸੁੱਖ ਵਸਣ ਲੱਗ ਪੈਂਦਾ ਹੈ। ਜੋ ਤਿਸ ਭਾਵੈ ਸੋ ਹੋਏ, ਫਿਰ ਜੀਵਨ ਦੇ ਵਿੱਚ ਇਹ ਟਿਕ ਜਾਂਦਾ ਹੈ। ਜੋ ਪਰਿਪੂਰਨ ਪਰਮਾਤਮਾ ਜੀ ਤੁਹਾਨੂੰ ਪਾਉਂਦਾ ਨਾ, ਉਹੀ ਹੋ ਕੇ ਰਹਿਣਾ ਹੈ। ਫਿਰ ਆਪਣੀਆਂ ਸਿਆਣਪਾਂ ਚਤੁਰਾਈਆਂ ਦੇ ਘੋੜੇ ਦੜਾਉਣੇ ਬੰਦ ਕਰ ਦਈਦੇ ਨੇ, ਫਿਰ ਸਮਰਪਣ ਕਰ ਦਈਦਾ ਹੈ। ਆਖਰੀਆਂ ਪੰਕਤੀਆਂ। ਜਿਹਾ ਸਤਿਗੁਰੂ ਕਰ ਜਾਣਿਆ, ਤੇਹੋ ਜਿਹਾ ਸੁਖ ਹੋਏ। ਸਭ ਕਹਿੰਦੇ ਚੇਤਾ ਰੱਖੀ, ਇਹ ਹੁਣ ਤੇਰੇ ਤੇ ਡਿਪੈਂਡ ਹੈ
कि तू सतगुर नूं की करके पूजदा है। जे तो इसे करके पूज रहा कि मैं सतगुर दे अगे जाके मत्था टेकदा, बाणी भी पढ़दा, पर पातशाह जी मैनू तुसीं आह सुख दे दिओ, मैनू बंगला दे दिओ, मैनू गड्डियां दे दिओ, मैनू फलाना दे दिओ। सब कहते फिर ओहो जी तेरी अवस्था बनूगी। जिहो जिहा तू गुरु नूं करके पूज रहा, गुरु पदार्थ देण वाला तो ये तो निक्के जे काम ने, ये तो सतगुरु दे नाल जुड़ जा। गुरु साहब ने तो सिख दी झोली च दाता पा देणियां ने, पर उस तो अगे पहुंच, अगे तुर। जेहा सतगुरु कर जाणिया। जेहो जी मनुख अपने मनसा रख के शरधा बना के सतगुरु नूं पूजदा ना, गुरु दी बाणी नाल जुड़दा, ओहो जी ओदी मत बनदी है, ओहो जी ओदी समझ पैंदी है। तेहो जिहा सुख होए, ओहो जे ओदे अंदर नूं सुख मिलदा है, ओहो जिहा ओदे अंदर दी अवस्था बन लग पैंदी है। ए संसा मूलै नाही, भाओ लाए जन कोए। कहते साहब कहते संसा का अर्थ हुंदा शक, मूले का अर्थ है बिल्कुल भी, भाव का अर्थ है प्यार, जन कोए कोई भी मनुख। सब कहते इस विच रत्ता भर भी शक नहीं कि जे कोई मनुख सतगुरु नाल प्यार करके वेख लवे ना, किते गुरु नाल अपनी सांझ पा के वेख लवे। किन्ने ठोकवें शब्द गुरु अमरदास साहब जी महाराज जी जिन्होंने कहते हैं मुकाल आना शब्द का, कितना प्यारा मुकाल आ रहे हैं शब्द का। कहते ये गल मैं दावे ना कहना, गुरु विच बिल्कुल भी शक नाल दी गल ही नहीं, कोई शक करने वाली बात ही नहीं, इस विच रत्ता भर भी शक नहीं। ये संसार मूले नाही, भाओ लाए जन कोई। इस विच रत्ती भर भी शक नहीं कि भावें कोई मनुख सतगुरु नाल प्यार करके वेख लवे कि किन्ना गुरु प्यारा है, किन्ना निर्मल है, किन्ना जीवन दे विच सच्चाई लियाउण वाला है। नानक एक जोत दोए मूर्ति। कहते किस तरीके का गुरु ते सिख का रिश्ता होना चाहिए है। जोत एक होवे ते बेशक मूर्तां दो ने। कमाल दे बचन ने। गुरु अमरदास साहब कहते मैं शरीर करके गुरु अंगद देव तो जुदा वां, पर जोत गुरु नानक दी है। जोत का अर्थ है विचार, सोच, दृष्टिकोण, समझ, ज्ञान। गुरु नानक दा ज्ञान परमात्मा दा ज्ञान है। लैणे चा के अंगत बनिया, अंगत तो अमरदास साहिब बनिया। जोत रूप हर आप गुरु नानक। हुण भट्ट साहिबान दा सवैया इत्थे वेखीए कितना प्यारा बचन कह रहे। कहते जोत रूप हर आप गुरु नानक कहायो। वो परिपूर्ण परमात्मा दे सच्चे ज्ञान दी जोत बन के गुरु नानक साहब ने उहदे नाल लोकां दे अंदर सच दा ज्ञान दा दीपक जगाया। वो जोत, वो विचार, वो अटल सच्चाई गुरु नानक दी। तां ते अंगद भयो तत स्यों तत मिलायो। कहंदे फिर ओही ज्ञान दा प्रकाश भाई लैणे च अंगद रूप च होया। ओही ज्ञान दी जोत अमरदास साहब जी दे जीवन विच जग गई। हुण मूर्तां दो ने। गुरु दे सिख दा रिश्ता की चाहिदा है। नानक एक जोत, जोत एक होवे, विचार एक आ, सोच एक आ, समझ एक आ। गुरु दा ज्ञान सिख दे ज्ञान दे विच समो गया। सिख दा ज्ञान गुरु दे ज्ञान दे बराबर, गुरु दे ज्ञान दे विच टिकाव हो गया। गुरु दी मत विच सिख दी मत टिक गई। हुण गुरु दी मत दे मुताबिक जीवन बन गया। हुण जोत एक हो गई, समझ एक हो गई, गुरु दा प्रेम एक हो गया। दोए मूर्ति, मूर्तां बेशक दो सन, शब्द मिलावा होए। शब्द दे राही ये मिलाप हो गया। सिख अते गुरु दी जोत एक हो गई। शरीर भावें दो जुदा रहे, पर सोच समझ गुरु दी, ज्ञान दी एक बन गई। ये आ प्रैक्टिकल एक्सपीरियंस गुरु अमरदास साहब जी का। ये है उन्होंने जीवन की वो सच की कमाई जिहड़ी उन्होंने साडे सामने धर दिती। कहते तू भी करके वेख ला, ये लकाया कुछ नहीं। ये तो बाबे नानक दा खोल डिठा खजाना। ये तो नानक दा खजाना है। खावो खर्चो रल मिल भाई, टोट ना आवे वाधो जाई। हुण असीं अपने जीवन च वेखना है असीं किवें इस भोजन नूं खाना है, किवें इस भोजन नूं छकना है। जिदण इहनूं छक लवांगे ना, जे को खावै जे को पुंचै तिसका होए उधारो। एहे वस्त तजी ना जाई, नित नित रख तारो। सो गुरु कृपा करन,
ਅੱਜ ਦੇ ਪਾਵਨ ਸ਼ਬਦ ਵਿੱਚ ਬਹੁਤ ਕੁਝ ਮੈਨੂੰ ਸਿੱਖਣ ਨੂੰ ਵੀ ਮਿਲਿਆ। ਆਪਾਂ ਨੇ ਰਲ ਮਿਲ ਕੇ ਸਿੱਖਿਆ, ਕਿਉਂਕਿ ਅਸੀਂ ਕੋਸ਼ਿਸ਼ ਕਰੀਏ ਪ੍ਰੈਕਟੀਕਲ ਜੀਵਨ ਜਿਉਣ ਦੀ। ਵੇਖੋ ਵੀਰ ਮੇਰਿਓ, ਆਪਾਂ ਬਾਣੀ ਪੜ੍ਹ ਰਹੇ ਹਾਂ, ਗਾ ਰਹੇ ਹਾਂ, ਵਿਚਾਰ ਰਹੇ ਹਾਂ। ਇਹ ਤੋਂ ਅਗਲਾ ਕਦਮ ਆਪਾਂ ਤੋਰਨਾ ਸ਼ੁਰੂ ਕਰੀਏ। ਹੁਣ ਅਮਲ ਵੀ ਕਰੀਏ, ਕੋਸ਼ਿਸ਼ ਕਰੀਏ ਅਮਲ ਕਰਨ ਦੀ, ਜੀਵਨ 'ਚ ਵਸਾਉਣ ਦੀ, ਜੀਵਨ ਨੂੰ ਉਹਦੇ ਮੁਤਾਬਕ ਤੋਰਨ ਦੀ। ਸਾਡੇ ਅੰਦਰੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣੇ ਚਾਹੀਦੇ ਹਨ। ਸਾਡੇ ਅੰਦਰੋਂ ਗੁਰਬਾਣੀ ਦੇ ਦਰਸ਼ਨ ਹੋਣੇ ਚਾਹੀਦੇ ਹਨ। ਸਾਨੂੰ ਗੁਰਬਾਣੀ ਬਣਨਾ ਚਾਹੀਦਾ ਹੈ। ਸਾਡੇ ਖੂਨ ਦੇ ਇੱਕ ਇੱਕ ਬੂੰਦ ਵਿੱਚ ਸੱਚ ਹੋਣਾ ਚਾਹੀਦਾ ਹੈ। ਤਾਂ ਹੀ ਸਾਡਾ ਹਿਰਦਾ, ਤਾਂ ਹੀ ਸਾਡੇ ਗਿਆਨ, ਸਾਡੀ ਸੁਰਤ, ਸਾਡੀ ਸਮਝ ਸਹੀ ਸੰਦੇਸ਼ ਦੇ ਸਕੇਗੀ। ਕਿਉਂਕਿ ਜੇ ਮੱਤ ਦੇ ਵਿੱਚ ਗੁਰਮਤ ਹੋਵੇਗੀ, ਸਾਡਾ ਡਰਾਈਵਰ ਚੰਗਾ ਹੋਵੇਗਾ, ਸਰੀਰ ਨੂੰ ਚੰਗੇ ਬੰਨੇ ਲੈ ਕੇ ਜਾਵੇਗਾ। ਸੋ ਆਓ ਰਲ ਮਿਲ ਕੇ ਗੁਰੂ ਵਾਲੇ ਬਣੀਏ, ਗੁਰੂ ਸ਼ਬਦ ਨੂੰ ਜੀਵਨ 'ਚ ਵਸਾਈਏ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਉਚਾਰਨ ਵਿੱਚ, ਉਹਨਾਂ ਦੇ ਅਰਥ ਕਰਨ ਵਿੱਚ ਹੋ ਜਾਂਦੀਆਂ ਹਨ। ਮੈਂ ਤੇ ਬਸ ਗੁਰੂ ਤੋਂ ਪ੍ਰੇਮ ਮਿਲ ਲੈਣਾ ਚਾਹੁੰਦਾ। ਗੁਰੂ ਕਿਰਪਾ ਕਰੇ, ਆਪ ਸੰਗਤਾਂ ਦਾ ਪਿਆਰ ਮਿਲਦਾ ਹੈ, ਹੌਸਲਾ ਮਿਲਦਾ ਹੈ, ਆਤਮਾ ਬਹੁਤ ਮਜ਼ਬੂਤ ਹੋ ਜਾਂਦੀ ਹੈ। ਕਿਸੇ ਨਾਲ ਫਿਰ ਕੋਈ ਵੈਰ ਨਹੀਂ ਹੈ, ਨਾ ਕੋਈ ਮੈਲਾ ਹੈ, ਨਾ ਕੋਈ ਮਾੜਾ ਹੈ। ਸਾਰੇ ਗੁਰੂ ਦੇ ਬਣਾਏ ਹੋਏ ਨੇ। ਸਾਂਝ ਪਾਈਏ ਗੁਰੂ ਦੇ ਗੁਣਾਂ ਦੀ, ਸਾਂਝ ਕਰੀਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਸੋ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ, ਜੋ ਸਮਾਂ ਕੱਢ ਕੇ ਰੋਜ਼ਾਨਾ ਗੁਰੂ ਸ਼ਬਦ ਦੀ ਵਿਚਾਰ ਨੂੰ ਆਪ ਵੀ ਸੁਣਦੇ ਨੇ ਤੇ ਸ਼ੇਅਰ ਵੀ ਕਰਦੇ ਹਨ। ਵੱਧ ਤੋਂ ਵੱਧ ਆਪਾਂ ਇਸ ਪ੍ਰਚਾਰ ਨੂੰ ਸੰਗਤਾਂ ਤੱਕ ਪਹੁੰਚਾਈਏ। ਆਪੋ ਆਪਣੀ ਜ਼ਿੰਮੇਵਾਰੀ